ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਗੁਰ ਸਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ। ਗੁਣਵੰਤੀ ਸੱਚ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਆਰੰਭ ਹੈ, ਗੁਰੂ ਕਿਰਪਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 36 ਅੰਗ ਤੱਕ, ਜੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 33 ਸ਼ਬਦ ਸੰਪੂਰਨ ਹੋਣ ਤੋਂ ਬਾਅਦ 25 ਸ਼ਬਦ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੰਪੂਰਨ ਹੋਏ ਹਨ। ਕੁੱਲ 58 ਸ਼ਬਦ ਸ੍ਰੀ ਰਾਗ ਦੇ ਇੱਥੇ ਮੁਕੰਮਲ ਹੋਏ ਹਨ। ਇਸ ਤੋਂ ਅੱਗੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ, ਜਿਨ੍ਹਾਂ ਨੂੰ ਅਸੀਂ ਗੁਰੂ ਕਿਰਪਾ ਸਦਕਾ ਵਿਚਾਰੀਏ ਔਰ ਸੁਣੀਏ। ਹਜ਼ੂਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਸ੍ਰੀ ਰਾਗ ਦੇ ਅੰਦਰ ਬਚਨ ਫਰਮਾ ਰਹੇ ਹਨ ਕਿ ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਗੁਣਵੰਤੀ ਜੋ ਜੀਵ ਰੂਪ ਇਸਤਰੀ ਗੁਣਾਂ ਦੀ ਧਾਰਨੀ ਹੈ, ਕਿਉਂਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਨੂੰ ਧਾਰਨ ਕੀਤੇ ਤੋਂ ਵਾਹਿਗੁਰੂ ਜੀ ਦੀ ਭਗਤੀ ਨਹੀਂ ਹੋ ਸਕਦੀ, ਯਾਨੀ ਕਿ ਭਗਤੀ ਸਫਲ ਹੀ ਨਹੀਂ ਹੋ ਸਕਦੀ, ਭਗਤੀ ਮੁਕੰਮਲ ਨਹੀਂ, ਭਗਤੀ ਪ੍ਰਵਾਨ ਨਹੀਂ ਹੈ। ਜਿੱਥੇ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਆਰਾਧਨਾ ਹੈ, ਉੱਥੇ ਨਾਲ ਨਾਲ ਗੁਣਾਂ ਦੇ ਧਾਰਨੀ ਬਣਨਾ। ਜਿਵੇਂ ਹਜ਼ੂਰ ਨੇ ਕਿਹਾ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਨਿਮਰਤਾ, ਸੰਤੋਖ, ਸਤ, ਧੀਰਜ, ਧਰਮ, ਖਿਮਾ, ਸ਼ਰਧਾ, ਭਾਵਨੀ, ਪ੍ਰੇਮ, ਇਹ ਗੁਣਾਂ ਦੇ ਧਾਰਨੀ ਬਣ ਕੇ ਹੀ ਅਸੀਂ ਵਾਹਿਗੁਰੂ ਜੀ ਨੂੰ ਪ੍ਰਸੰਨ ਕਰ ਸਕਦੇ ਹਾਂ। ਜਿਵੇਂ ਕੋਈ ਵਿਆਹੀ ਹੋਈ ਇਸਤਰੀ ਗੁਣਾਂ ਦੀ ਧਾਰਨੀ ਹੋਵੇਗੀ, ਉਹਦੇ ਅੰਦਰ ਗੁਣ ਹੋਣਗੇ ਤਾਂ ਹੀ ਉਹ ਆਪਣੇ ਪਤੀ ਦੀ ਪ੍ਰਸੰਨਤਾ ਲੈ ਸਕਦੀ ਹੈ, ਸਹੁਰੇ ਘਰ ਵਿੱਚ ਵਡਿਆਈ ਪ੍ਰਾਪਤ ਕਰ ਸਕਦੀ ਹੈ, ਆਦਰ ਮਾਣ ਪ੍ਰਾਪਤ ਕਰ ਸਕਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ, ਜੋ ਗੁਣਾਂ ਦੀ ਧਾਰਨੀ ਜੀਵ ਰੂਪ ਇਸਤਰੀ ਹੈ, ਉਹ ਆਪਣੇ ਹਿਰਦੇ ਅੰਦਰੋਂ ਵਿਕਾਰ, ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਆਸਾ, ਤ੍ਰਿਸ਼ਨਾ ਔਰ ਇਸੇ ਤਰ੍ਹਾਂ ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿਕ ਸਾਰੇ ਜਿਹੜੇ ਵਿਕਾਰ ਤੇ ਇਹ ਦੋਸ਼ ਹਨ, ਤੇ ਤ੍ਰਿਸ਼ਨਾ ਹੈ ਜਿਹੜੀ ਪਦਾਰਥਾਂ ਦੀ ਲਾਲਸਾ ਹੈ, ਇਹ ਸਾਰਾ ਕੁਛ ਤਜ ਕੇ ਛੱਡ ਕੇ ਤਾਂ ਉਸ ਜੀਵ ਰੂਪ ਇਸਤਰੀ ਨੇ ਜੋ ਸੱਚ ਸਰੂਪ ਵਾਹਿਗੁਰੂ ਹੈ, ਉਸ ਦੀ ਪ੍ਰਾਪਤੀ ਕੀਤੀ ਹੈ। ਗੁਰ ਸਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ। ਉਸ ਮਹਾਨ ਗੁਣਾਂ ਵਾਲੀ ਜੀਵ ਰੂਪ ਇਸਤਰੀ, ਮਹਾਤਮਾ ਰੂਪ ਇਸਤਰੀ ਦਾ ਜੋ ਮਨ ਹੈ, ਉਹ ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ। ਤੇ ਰਸਨਾ ਜੋ ਜੀਭ ਹੈ, ਉਹਦੇ ਉੱਤੇ ਵੀ ਵਾਹਿਗੁਰੂ ਦਾ ਪ੍ਰੇਮ ਤੇ ਪਿਆਰ ਵਸਦਾ ਹੈ। ਮੈਂ ਤੋਂ ਪਰੇ ਹੋ ਕੇ ਵਾਹਿਗੁਰੂ ਜੀ ਦੇ ਨਾਲ ਉਸਨੇ ਪਿਆਰ ਐਸਾ ਪਾਇਆ ਹੋਇਆ ਹੈ ਕਿ ਰਸਨਾ ਤੋਂ ਵੀ ਪ੍ਰਮਾਤਮਾ ਦੇ ਜਸ ਦੇ ਬਚਨ ਨਿਕਲਦੇ ਹਨ, ਵਾਹਿਗੁਰੂ ਦਾ ਹੀ ਉਚਾਰਨ ਹੁੰਦਾ ਰਹਿੰਦਾ। ਇਸ ਪ੍ਰਕਾਰ ਇਹ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਹਜ਼ੂਰ ਕਹਿੰਦੇ ਨੇ, ਮਨ ਹੀ ਮਨ ਦੇ ਅੰਦਰ ਵਿਚਾਰਾਂ ਕਰਕੇ ਵੇਖ ਲਓ, ਨਿਰਣਾ ਕਰਕੇ ਵੇਖ ਲਓ, ਪਤਾ ਲੱਗੇਗਾ ਕਿ ਬਿਨਾਂ ਸੱਚੇ ਗੁਰਾਂ ਦੀ ਸ਼ਰਨ ਤੋਂ, ਬਿਨਾਂ ਸਤਿਗੁਰਾਂ ਦੇ ਉਪਦੇਸ਼ ਤੋਂ, ਬਿਨਾਂ ਸਤਿਗੁਰਾਂ ਦੇ ਆਖੇ ਲੱਗਣ ਤੋਂ ਕਿਸੇ ਨੇ ਵੀ ਹੁਣ ਤੱਕ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ, ਵੇਦ ਵਿਆਸੈ ਕੋਏ। ਗੁਰੂ ਤੋਂ ਬਗੈਰ ਕਿਸੇ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਹੈ। ਮਨਮੁਖ ਮੈਲ ਨਾ ਉਤਰੈ,
ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਜੋ ਮਨ ਦੇ ਪਿੱਛੇ ਲੱਗਣ ਵਾਲੀ ਜੀਵ ਇਸਤਰੀ ਹੈ, ਜਦੋਂ ਤੱਕ ਗੁਰੂ ਦੇ ਸ਼ਬਦ ਵਿੱਚ ਪਿਆਰ ਨਹੀਂ ਕਰਦੀ, ਉਸ ਦੇ ਮਨ ਦੀ ਮੈਲ ਨਹੀਂ ਉਤਰ ਸਕਦੀ। ਜਿਹੜੀਆਂ ਮੈਲਾਂ ਲੱਗੀਆਂ ਹੋਈਆਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖਨਲੀ ਧੋਤੀ ਉਜਰੀ ਨਾ ਹੋਵੇ, ਜੇ ਸੋ ਧੋਵਣ ਪਾਹੋ। ਇਸ ਪ੍ਰਕਾਰ ਜਦੋਂ ਤੱਕ ਗੁਰਾਂ ਦੇ ਸ਼ਬਦ ਵਿੱਚ ਪਿਆਰ ਨਹੀਂ ਜੁੜਦਾ, ਉਦੋਂ ਤੱਕ ਮਨ ਦੀ ਮਰਜ਼ੀ ਕਰਨ ਵਾਲੇ ਇਸ ਮਨੁੱਖ ਦੇ ਮਨ ਦੀ ਮੈਲ ਉਤਰਦੀ ਨਹੀਂ ਹੈ। ਮਨ ਮੇਰੇ ਸਤਿਗੁਰ ਕੈ ਭਾਣਾ ਚੱਲ। ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਅੰਦਰ ਉਪਦੇਸ਼ ਦੇ ਰਹੇ ਨੇ ਕਿ ਆਪਣੇ ਮਨ ਨੂੰ ਸਮਝਾਓ ਕਿ ਹੇ ਮੇਰੇ ਮਨਾ, ਜੋ ਸਤਿਗੁਰੂ ਦੀ ਰਜ਼ਾ ਹੈ, ਜੋ ਸਤਿਗੁਰਾਂ ਦਾ ਭਾਣਾ ਹੈ, ਜੋ ਸਤਿਗੁਰੂ ਦੀ ਆਗਿਆ ਹੈ, ਉਹਦੇ ਅਨੁਸਾਰ ਹੋ ਕੇ ਚੱਲ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਤਰ੍ਹਾਂ ਹੈ ਮੇਰੇ ਮਨਾ, ਸਤਿਗੁਰਾਂ ਦਾ ਜੋ ਭਾਣਾ ਹੈ ਨਾ, ਜੋ ਸਤਿਗੁਰੂ ਨੂੰ ਭਾਉਂਦਾ ਹੈ ਕਿ ਸਿੱਖ ਇਸ ਰਸਤੇ ਤੇ ਚੱਲਣ, ਉਸ ਰਸਤੇ ਤੇ ਤੂੰ ਵੀ ਚੱਲ। ਨਿਜ ਘਰ ਵਸਹਿ ਅੰਮ੍ਰਿਤ ਪੀਵਹਿ, ਤਾਂ ਸੁਖ ਲਹਹਿ ਮਹੱਲ। ਜੇ ਤੂੰ ਨਿਜ ਘਰ, ਆਪਣੇ ਅੰਤਸ਼ਕਰਨ ਘਰ ਹਿਰਦੇ ਅੰਦਰ ਟਿਕਿਆ ਰਹੇ, ਬਾਹਰ ਭੱਜਣ ਦੌੜਨ ਤੋਂ ਹਟ ਜਾਏ, ਸੋ ਆਪਣੇ ਆਤਮ ਸਰੂਪ ਅੰਦਰ ਟਿਕੇ, ਤਾਂ ਤੂੰ ਅੰਮ੍ਰਿਤ ਪੀਵੇਂ। ਅੰਮ੍ਰਿਤ ਜਿਹੜਾ ਪਰਮੇਸ਼ਰ ਦਾ ਅਮਰ ਕਰ ਦੇਣ ਵਾਲਾ ਨਾਮ ਜਲ ਹੈ, ਉਹ ਪੀਣ ਲੱਗ ਜਾਏ, ਤਾਂ ਸੁਖ ਲਹਹਿ ਮਹੱਲ। ਤਾਂ ਵਾਹਿਗੁਰੂ ਦੇ ਸਰੂਪ ਰੂਪੀ ਮਹੱਲ ਵਿੱਚ ਤੂੰ ਸੁਖ ਦੀ ਪ੍ਰਾਪਤੀ ਕਰੇਗਾ। ਸਦਾ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਤੇਰਾ ਨਿਵਾਸ ਹੋਵੇਗਾ। ਸੁਖ ਮਹਿਲਾਂ ਵਿੱਚ ਤੈਨੂੰ ਟਿਕਾਣਾ ਪ੍ਰਾਪਤ ਮਿਲੇਗਾ। ਰਹਾਓ ਔਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੈ ਹਦੂਰ। ਜਿਹੜੀ ਜੀਵ ਰੂਪ ਇਸਤਰੀ ਔਗੁਣਾਂ ਨਾਲ ਭਰੀ ਹੋਈ ਹੈ, ਕੋਈ ਗੁਣ ਉਹਦੇ ਵਿੱਚ ਹੈ ਹੀ ਨਹੀਂ, ਉਸ ਨੂੰ ਵਾਹਿਗੁਰੂ ਦੀ ਹਜ਼ੂਰੀ 'ਚ, ਵਾਹਿਗੁਰੂ ਦੇ ਪਾਸ ਨਜ਼ਦੀਕ ਬੈਠਣਾ ਨਹੀਂ ਮਿਲ ਸਕਦਾ। ਹਜ਼ੂਰ ਨੇ ਤਾਂ ਹੀ ਬਚਨ ਕੀਤੇ ਹਨ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈ ਹੈ। ਜਿਨ੍ਹਾਂ ਨੇ ਕੀਤਾ ਹੀ ਨਹੀਂ, ਸੇਵਾ ਸਿਮਰਨ ਭਜਨ ਨਹੀਂ ਕੀਤਾ ਹੈ, ਔਗਣ ਹੀ ਔਗਣ ਧਾਰਨ ਕੀਤੇ ਹੋਏ ਨੇ, ਗੁਣ ਕੋਈ ਵੀ ਨਹੀਂ ਹੈ, ਉਹਨਾਂ ਨੂੰ ਵਾਹਿਗੁਰੂ ਦੀ ਹਜ਼ੂਰੀ 'ਚ ਬੈਠਣਾ ਕਿਵੇਂ ਮਿਲ ਸਕਦਾ। ਮਨਮੁਖ ਸ਼ਬਦ ਨਾ ਜਾਣਈ, ਅਵਗਣ ਸੋ ਪ੍ਰਭ ਦੂਰ। ਮਨ ਦੇ ਪਿੱਛੇ ਲੱਗਣ ਵਾਲਿਆਂ ਨੇ ਗੁਰਾਂ ਦੇ ਸ਼ਬਦ ਨੂੰ, ਗੁਰਾਂ ਦੇ ਮੁਖ ਤੋਂ ਉਚਰੇ ਹੋਏ ਉਪਦੇਸ਼ ਨੂੰ, ਭਾਵ ਮਹਿਮਾ ਨੂੰ ਜਾਣਿਆ ਹੀ ਨਹੀਂ। ਗੁਰੂ ਦੇ ਸ਼ਬਦ ਦੀ ਮਹਿਮਾ ਨੂੰ, ਮਹਾਨਤਾ ਨੂੰ, ਵਡਿਆਈ ਨੂੰ ਜਾਣਿਆ ਹੀ ਨਹੀਂ, ਤੇ ਅਵਗਣ ਹੋਣ ਕਰਕੇ, ਅਵਗਣ ਦੇ ਨਾਣੇ ਨੂੰ ਸਿਹਾਰੀ ਹੈ ਕਿ ਔਗਣਾ ਕਾਰਨ ਉਹ ਪ੍ਰਭੂ ਪਰਮਾਤਮਾ ਦੂਰ ਭਾਸਦਾ ਹੈ, ਉਸ ਤੋਂ ਕੋਹਾਂ ਦੂਰ ਹੈ। ਜਿਵੇਂ ਬਚਨ ਹਨ ਕਿ ਬਿਨ ਭਾਗਾਂ ਸਤਿਗੁਰ ਨਾ ਮਿਲਿਆ, ਘਰ ਬੈਠਿਆ ਨਿਕਟ ਨਿਤ ਪਾਸ। ਭਾਵੇਂ ਵਾਹਿਗੁਰੂ ਹਰ ਥਾਂ ਹੀ ਮੌਜੂਦ ਹੈ, ਪਰ ਵਾਹਿਗੁਰੂ ਜੀ ਦਾ ਗਿਆਨ ਨਹੀਂ। ਜਿਵੇਂ ਕੰਧ ਓਲੇ ਸਿਆਣਿਆਂ ਕਿਹਾ ਪ੍ਰਦੇਸ਼ ਹੁੰਦਾ, ਇਸ ਪ੍ਰਕਾਰ ਭਾਵੇਂ ਵਾਹਿਗੁਰੂ ਹਰ ਥਾਂ ਹੀ ਮੌਜੂਦ ਹੈ, ਪਰ ਸਾਨੂੰ ਗਿਆਨ ਨਾ ਹੋਣ ਕਰਕੇ ਉਸ ਦੀ ਪ੍ਰਾਪਤੀ ਦਾ ਆਨੰਦ ਤਾਂ ਨਹੀਂ ਨਾ ਮਾਣਿਆ ਜਾ ਸਕਦਾ। ਇਸ ਕਰਕੇ ਔਗੁਣਾ ਕਾਰਨ ਉਹ ਪ੍ਰਭੂ ਪਰਮਾਤਮਾ ਮਾਨੋ ਦੂਰ ਹੈ ਉਹਨਾਂ ਤੋਂ। ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ। ਜਿਨ੍ਹਾਂ ਨੇ ਸੱਚ ਸਰੂਪ ਪਰਮੇਸ਼ਰ ਦੀ ਮਹਿਮਾ ਨੂੰ ਪਛਾਣ ਲਿਆ ਹੈ, ਜਿਨ੍ਹਾਂ ਨੇ ਸੱਚੇ ਨਾਮ ਦੀ ਮਹਿਮਾ ਨੂੰ ਪਛਾਣਿਆ, ਉਹ ਸੱਚੇ ਨਾਮ ਵਿੱਚ ਤੇ ਸੱਚੇ ਵਾਹਿਗੁਰੂ ਦੇ ਪ੍ਰੇਮ ਵਿੱਚ ਰਤੇ ਰੰਗੇ ਹੋਏ, ਭਰਪੂਰ ਚੰਗੀ ਤਰ੍ਹਾਂ ਪੂਰਨ ਤੌਰ 'ਤੇ ਰਤੇ ਹੋਏ ਨੇ। ਸੱਚ ਵਿੱਚ ਰਤੇ ਹੋਏ, ਗੁਣਾ ਕਰਕੇ ਭਰਪੂਰ ਹੋ ਗਏ ਨੇ। ਸੱਚ ਰਤਿਆਂ ਨੂੰ ਪਰਮਾਤਮਾ ਪਰਿਪੂਰਨ ਸਾਰੇ ਭਾਸਦਾ ਹੈ। ਗੁਰ ਸ਼ਬਦੀ ਮਨ ਵਿਧਿਆ, ਪ੍ਰਭ ਮਿਲਿਆ ਆਪ ਹਦੂਰ। ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਵਿੰਨਿਆ ਗਿਆ ਹੈ, ਭਾਵ ਅਸਰ ਹੋ ਗਿਆ ਹੈ। ਕਬੀਰ ਸਤਿਗੁਰ ਸੂਰ ਮੇ ਬਾਇਆ ਬਾਣ, ਜੋ ਏਕ ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਸ਼ੇਕ। ਸਾਡੇ ਵਰਗੇ ਕੁਝ ਐਸੇ ਕਠੋਰ ਲੋਕ ਨੇ ਕਿ ਉਹਨਾਂ ਦੇ ਉੱਪਰ ਅਸਰ ਨਹੀਂ ਹੁੰਦਾ। ਇੱਕ ਹਜ਼ੂਰ ਨੇ ਬਾਣੀ 'ਚ ਦ੍ਰਿਸ਼ਟਾਂਤ ਦਿੱਤਾ ਹੈ ਭਈ ਪੱਥਰ ਵਰਗਾ ਹਿਰਦਾ ਜਿਹੜਾ, ਉਹਦੇ 'ਤੇ ਅਸਰ ਨਹੀਂ ਹੁੰਦਾ। ਪਾਥਰ ਕੋ ਬਹੁ ਨੀਰ ਪਵਾਇਆ, ਨਾ ਪੀਗਿਆ ਅਧਿਕ ਸੁਕਾਇਆ। ਤੇ ਦੂਸਰਾ ਬਾਂਸ ਜਿਹੜਾ, ਉਹਦੇ ਵਰਗਾ ਜਿਹਦਾ ਹਿਰਦਾ ਹੈ, ਉਹ ਵੀ ਖਾਲੀ ਰਹਿ ਜਾਂਦਾ। ਕਬੀਰ ਬਾਂਸ ਵਡਾਈ ਬੂਡਿਆ, ਇਉ ਮਤ ਡੁੱਬੋ ਕੋਏ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਬਾਂਸ ਵਿੱਚ ਕੁਝ ਦੋਸ਼ ਹੁੰਦੇ ਨੇ। ਇੱਕ ਤਾਂ ਉਹ ਬਹੁਤ ਜ਼ਿਆਦਾ ਉਹਦੀ ਛਿੱਲ ਮੋਟੀ ਹੁੰਦੀ ਹੈ, ਇੱਕ ਵਿੱਚੋਂ ਪੋਲਾ ਹੁੰਦਾ ਹੈ। ਸੋ ਇੱਕ ਇਸੇ ਪ੍ਰਕਾਰ ਕੁਲਘਾਤੀ ਹੁੰਦਾ ਜਿਹੜਾ ਬਾਂਸ ਹੈ। ਤੇ ਇਸ ਤਰ੍ਹਾਂ ਆਪਸ ਵਿੱਚ ਰਗੜ ਖਾ ਕੇ ਅੱਗ ਵੀ ਲੱਗ ਜਾਂਦੀ ਹੈ, ਸਾਰਾ ਜੰਗਲ ਹੀ ਸਾੜ ਦਿੰਦਾ।
ਤੇ ਇੱਕ ਉਹਨੂੰ ਉੱਚੇਪਣੇ ਦਾ ਮਾਣ ਹੁੰਦਾ ਹੈ, ਇੱਕ ਉਹਦੇ 'ਚ ਗੰਢਾਂ ਹੁੰਦੀਆਂ। ਇਤਿਆਦਿਕ ਦੋਸ਼ ਹੁੰਦੇ ਆ ਬਾਂਸ ਦੇ। ਤੇ ਇਸ ਪ੍ਰਕਾਰ ਜਿਹੜਾ ਹਿਰਦਾ ਬਾਂਸ ਵਰਗਾ, ਇੱਕ ਤਾਂ ਉਹ ਮੋਟੀ ਛਿੱਲ ਮੋਟੀ ਬੁੱਧ ਵਾਲਾ ਹੈ, ਜਿਹੜਾ ਮਨਮੁਖ ਹੈ, ਸਤਿਗੁਰਾਂ ਨੂੰ ਝੁਕਦਾ ਨਹੀਂ ਅੱਗੇ। ਤੇ ਇਸ ਪ੍ਰਕਾਰ ਮੋਟੀ ਬੁੱਧ ਵਾਲਾ ਹੰਕਾਰੀ, ਉੱਚੇਪਣੇ ਦਾ ਮਾਣ ਹੈ, ਈਰਖਾ ਦੀਆਂ ਗੰਢਾਂ ਹਨ, ਬੁੱਧੀ ਰੂਪੀ ਛਿੱਲ ਮੋਟੀ ਹੈ, ਧਾਰਨ ਸ਼ਕਤੀ ਤੋਂ ਖਾਲੀ ਹੈ, ਵਿੱਚੋਂ ਪੋਲਾ ਹੈ, ਕੁਲ ਘਾਤੀ, ਆਪਣੇ ਆਪ ਦਾ ਆਪ ਹੀ ਨਾਸ਼ ਕਰਨ ਵਾਲਾ। ਇਸ ਪ੍ਰਕਾਰ ਹਜੂਰ ਇੱਥੇ ਦੱਸ ਰਹੇ ਨੇ ਕਿ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ, ਉਹ ਤਾਂ ਫਿਰ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਵਿਧਿਆ ਪ੍ਰਭ ਮਿਲਿਆ ਆਪ ਹਜ਼ੂਰ। ਗੁਰਾਂ ਦੇ ਸ਼ਬਦ ਦੁਆਰਾ ਉਹਨਾਂ ਦਾ ਮਨ ਵਿੰਨਿਆ ਗਿਆ। ਉਹ ਬਾਂਸ ਵਰਗਾ ਹਿਰਦਾ ਨਹੀਂ, ਛੇਤੀ ਅਸਰ ਹੋ ਗਿਆ ਗੁਰਾਂ ਦੇ ਸ਼ਬਦ ਦਾ। ਤੇ ਪ੍ਰਭ ਮਿਲਿਆ ਆਪ ਹਜ਼ੂਰ, ਪ੍ਰਭੂ ਪਰਮਾਤਮਾ ਆਪ ਉਹਨਾਂ ਨੂੰ ਮਿਲ ਪਿਆ। ਅੰਗ ਸੰਗ ਵਸਦਾ ਹੋਇਆ ਪ੍ਰਤੀਤ ਹੁੰਦਾ, ਗਿਆਨ ਹੋ ਜਾਂਦਾ। ਹਜ਼ੂਰ ਨੇੜੇ ਸਾਹਮਣੇ। ਸੋ ਇਸ ਤਰ੍ਹਾਂ ਪਰਮਾਤਮਾ ਬਿਲਕੁਲ ਨਜ਼ਦੀਕ ਹੋ ਕੇ ਉਹਨਾਂ ਨੂੰ ਮਿਲਿਆ ਹੈ। ਜਿਸ ਪ੍ਰਕਾਰ ਹਜ਼ੂਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇੱਕ ਸਿੱਖ ਸੀ, ਭਾਈ ਜੱਗਾ ਸਿੰਘ, ਤੇ ਉਹ ਥੋੜ੍ਹੇ ਸਮੇਂ ਤੋਂ ਆਇਆ ਸੀ ਤੇ ਬਹੁਤ ਭਾਵਨਾ ਨਿਮਰਤਾ ਧਾਰਨ ਕਰਕੇ ਗੁਰੂ ਕੇ ਘੋੜਿਆਂ ਦੀ ਤਵੇਲੇ 'ਚ ਸੇਵਾ ਕਰਦਾ ਸੀ। ਤੇ 8 ਪਹਿਰਾਂ 'ਚੋਂ ਸਵੇਰੇ ਸ਼ਾਮ ਜਾਂ ਇੱਕ ਵਾਰੀ ਸਤਿਗੁਰਾਂ ਦੇ ਦਰਸ਼ਨ ਕਰ ਜਾਂਦਾ ਸੀ। ਔਰ ਸਤਿਗੁਰੂ ਜੀ ਉਹਦੇ ਨਾਲ ਪਿਆਰ ਬਹੁਤ ਕਰਦੇ ਸੀ। ਇੱਕ ਦਿਨ ਕੁਝ ਸਿੰਘਾਂ ਨੂੰ ਈਰਖਾ ਹੋਈ ਤੇ ਉਹਨਾਂ ਨੂੰ ਰੋਕਤਾ, ਕਹਿਣ ਲੱਗੇ ਤੂੰ ਅੱਗੇ ਨਹੀਂ ਜਾ ਸਕਦਾ, ਅੱਗੇ ਹਜ਼ੂਰ ਦੇ ਪਾਸ ਨਹੀਂ ਜਾਣ ਦਿੱਤਾ। ਔਰ ਉਹ ਫਿਰ ਉੱਥੇ ਹੀ ਕੋਸਦਾ ਸੀ ਆਪਣੇ ਆਪ ਨੂੰ ਕਿ ਮਨਾ ਕੋਈ ਆਪਣਾ ਕਰਮ ਮਾੜਾ ਅੱਗੇ ਆ ਗਿਆ। ਅੱਜ ਗੁਰੂ ਕਲਗੀਧਰ ਪਾਤਸ਼ਾਹ ਦੇ ਨੇੜੇ ਹੋ ਕੇ ਦਰਸ਼ਨ ਨਹੀਂ ਕੀਤੇ, ਬਖਸ਼ਿਸ਼ ਨਹੀਂ ਹੋਈ ਕੋਈ। ਤਾਂ ਫਿਰ ਆਪ ਸਤਿਗੁਰੂ ਮਹਾਰਾਜ ਸ਼ਾਮਾਂ ਨੂੰ ਘੋੜਿਆਂ ਦੇ ਤਬੇਲੇ ਵੱਲ ਚਲੇ ਗਏ। ਤਾਂ ਉਸ ਵੇਲੇ ਉਹਨੂੰ ਕਹਿਣ ਲੱਗੇ, ਓਏ ਭਾਈ ਜੱਗਾ ਸਿੰਘਾ, ਪ੍ਰੇਮ ਦਿਆ ਪੁਤਲਿਆ, ਤੂੰ ਅੱਜ ਦਰਸ਼ਨ ਨਹੀਂ ਦਿੱਤੇ। ਕਹਿਣ ਲੱਗਾ, ਮਹਾਰਾਜ ਇਹ ਬਚਨ ਕਿਉਂ ਕਹਿ ਰਹੇ ਹੋ? ਸਾਰੀ ਲੁਕਾਈ ਤਾਂ ਤੁਹਾਡੇ ਦਰਸ਼ਨ ਕਰਦੀ ਹੈ। ਤੇ ਮਹਾਰਾਜ ਮੇਰੇ ਦਰਸ਼ਨ? ਕਹਿੰਦੇ ਹਾਂ ਬਾਈ, ਤੇਰੇ ਦਰਸ਼ਨ ਅਸੀਂ ਕਰਦੇ ਹਾਂ, ਤੂੰ ਅੱਜ ਆਇਆ ਨਹੀਂ। ਦੱਸ ਕੀ ਗੱਲ ਹੋਈ? ਤੈਨੂੰ ਕਿਸੇ ਨੇ ਕੁਛ ਕਿਹਾ, ਕਿਸੇ ਨੇ ਰੋਕਿਆ? ਪਰ ਨਿਰਛਲ ਹਿਰਦਾ ਹੋਣ ਕਰਕੇ ਨਾ, ਹਿਰਦਾ ਨਿਰਛਲ ਹੋਣ ਕਰਕੇ ਉਹ ਕਿਸੇ ਦੀ ਸ਼ਿਕਾਇਤ ਨਹੀਂ ਸੀ ਲਾਉਂਦਾ। ਉਹ ਸਤਿਗੁਰੂ ਮਹਾਰਾਜ ਨੇ ਜੱਫੀ 'ਚ ਲੈ ਲਿਆ ਉਸਨੂੰ। ਤਾਂ ਫਿਰ ਹਜ਼ੂਰ ਨੇ 2 ਘੜੇ ਮੰਗਾਏ, ਦੋਵਾਂ 'ਚ ਪਾਣੀ ਭਰ ਦਿੱਤਾ, ਇੱਕ ਵਿੱਚ ਪਤਾਸੇ ਪਾ ਤੇ ਇੱਕ 'ਚ ਪੱਥਰ ਪਾ ਤੇ। ਤਾਂ ਸਿੰਘਾਂ ਨੂੰ ਕਿਹਾ ਪਤਾਸੇ ਜਿਹੜੇ ਪਾਏ ਸੀ ਵਿੱਚੋਂ ਕੱਢੋ। ਹੱਥ ਮਾਰ ਕੇ ਵੇਖਿਆ, ਕਹਿਣ ਲੱਗੇ ਜੀ ਉਹ ਤਾਂ ਖਰ ਗਏ ਵਿੱਚੇ ਪਾਣੀ ਦੇ, ਤਾਂ ਮਿਲ ਗਏ ਹਨ। ਤਾਂ ਫਿਰ ਮਹਾਰਾਜ ਕਹਿੰਦੇ ਹੁਣ ਪੱਥਰ ਕੱਢੋ। ਪੱਥਰ ਕੱਢੇ, ਕਹਿਣ ਲੱਗੇ ਭੰਨੋ। ਭੰਨੇ ਤਾਂ ਖੁਸ਼ਕੀ ਰਹਿਣਾ ਸੀ ਪੱਥਰਾਂ ਨੇ। ਹਜ਼ੂਰ ਕਹਿਣ ਲੱਗੇ ਭਾਵੇਂ ਥੋੜ੍ਹੇ ਸਮੇਂ ਤੋਂ ਆਇਆ ਭਾਈ ਜੱਗਾ ਸਿੰਘ, ਪਰ ਇਹਦਾ ਹਿਰਦਾ ਪਤਾਸਿਆਂ ਵਰਗਾ। ਤੇ ਇਸ ਤਰ੍ਹਾਂ ਦੇ ਗੁਣ ਧਾਰਨ ਕੀਤੇ ਆ, ਨਿਮਰਤਾ ਆਦਿਕ, ਇਸ ਕਰਕੇ ਸਾਡੇ 'ਚ ਮਿਲਿਆ ਹੋਇਆ। ਤੁਸੀਂ ਭਾਵੇਂ ਲੰਮੇ ਸਮੇਂ ਤੋਂ ਰਹਿੰਦੇ ਹੋ, ਪਰ ਇਸ ਤਰ੍ਹਾਂ ਦਾ ਕਠੋਰ ਚਿੱਤ ਨਾ ਬਣਾਓ ਆਪਦਾ। ਇਹ ਇਸ ਪ੍ਰਕਾਰ ਦੀ ਜਿਹੜੀ ਈਰਖਾ ਹੈ, ਇਹ ਚੰਗੀ ਨਹੀਂ। ਸੋ ਇਉਂ ਸਾਧ ਸੰਗਤ ਜੀ, ਜੋ ਗੁਰਮੁਖ ਪਿਆਰਾ ਹੈ, ਜਿਹਦਾ ਗੁਰੂ ਦੇ ਸ਼ਬਦ ਦੁਆਰਾ ਮਨ ਵਿੰਨਿਆ ਗਿਆ ਹੈ, ਉਹਨੂੰ ਵਾਹਿਗੁਰੂ ਸਤਿਗੁਰੂ ਜੀ ਆਪ ਹਜ਼ੂਰ ਹਰ ਥਾਂ ਘਟ ਘਟ ਵਸਦੇ ਹੋਏ, ਭਰਪੂਰ ਵਸਦੇ ਹੋਏ ਨਜ਼ਰੀ ਆਉਂਦੇ ਹਨ। ਇਸ ਤਰ੍ਹਾਂ ਪ੍ਰਮਾਤਮਾ ਮਿਲਿਆ ਹੈ, ਅੰਗ ਸੰਗ ਵਸਦਾ ਹੋਇਆ ਦਿਖਾਈ ਦਿੰਦਾ ਹੈ। ਆਪੇ ਰੰਗਣ ਰੰਗਿਓਨ ਸਬਦੇ ਲਇਓਨ ਮਿਲਾਏ। ਇੱਥੇ ਰੰਗਣ ਦਾ ਅਰਥ ਹੈ ਮਟਕੀ ਜਾਂ ਮੱਟ, ਜਿਹਦੇ ਵਿੱਚ ਲਲਾਰੀ ਪਾਣੀ ਤੇ ਰੰਗ ਪਾ ਕੇ ਕੱਪੜੇ ਰੰਗਦੇ ਨੇ। ਜਿਵੇਂ ਕਾਇਆ ਰੰਗਣ ਜੇਥੀ ਹੈ, ਪਿਆਰੇ ਪਾਈਆ ਨਾਉ ਮਜੀਠ। ਸੋ ਇਸ ਪ੍ਰਕਾਰ ਇੱਥੇ ਰੰਗਣ ਦਾ ਅਰਥ ਹੈ ਮੱਟ। ਆਪ ਹੀ ਪ੍ਰੇਮ ਦੇ ਮੱਟ ਵਿੱਚ ਰੰਗਿਆ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖ ਪਿਆਰਿਆਂ ਨੂੰ। ਤੇ ਸ਼ਬਦੇ ਲਏ ਉਹਨ ਮਿਲਾਏ। ਸੋ ਇਉਂ ਨਾਮ ਦਾ ਰੰਗ ਚਾੜਿਆ ਹੈ ਤੇ ਇਸ ਪ੍ਰਕਾਰ ਸ਼ਬਦ ਦੁਆਰਾ ਉਹਨਾਂ ਨੂੰ ਆਪਣੇ 'ਚ ਮਿਲਾ ਲਿਆ ਹੈ, ਅਭੇਦ ਕਰ ਲਿਆ ਹੈ ਵਾਹਿਗੁਰੂ ਜੀ ਨੇ ਆਪ ਹੀ ਬਖਸ਼ਿਸ਼ ਕਰਕੇ। ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਏ। ਉਹਨਾਂ ਨੂੰ ਜਿਹੜਾ ਰੰਗ ਚੜਿਆ ਉਹ ਸੱਚਾ ਰੰਗ ਹੈ। ਪ੍ਰੇਮ ਦਾ ਰੰਗ ਸੱਚਾ ਹੁੰਦਾ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਸੋ ਇਸ ਪ੍ਰਕਾਰ ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਸੱਚਾ ਰੰਗ ਕਦੇ ਵੀ ਉਤਰਦਾ ਨਹੀਂ ਹੈ, ਜੇ ਚੜ੍ਹ ਜਾਏ ਤਾਂ। ਇਹ ਕਿਹਨਾਂ ਨੂੰ ਚੜ੍ਹਿਆ ਜੀ? ਜੋ ਸੱਚ ਰਤੇ ਲਿਵ ਲਾਏ, ਜਿਹੜੇ ਆਪਣੀ ਸੁਰਤ ਨੂੰ ਜੋੜ ਕੇ ਸੱਚ ਸਰੂਪ ਵਾਹਿਗੁਰੂ ਵਿੱਚ ਹੀ ਰੱਤੇ ਹੋਏ ਰੰਗੇ ਹੋਏ ਨੇ। ਹੋਰ ਕਿਸੇ ਪ੍ਰਕਾਰ ਦਾ ਦੁਨੀਆ ਦਾ ਉਹਨਾਂ ਨੂੰ ਮਾਇਕੀ ਰੰਗ ਨਹੀਂ ਹੈ। ਚਾਰੇ ਕੁੰਡਾਂ ਭਵ ਥੱਕੇ, ਮਨਮੁਖ ਬੂਝ ਨਾ ਪਾਏ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਜੀਵ ਹਨ, ਉਹ ਭਾਵੇਂ 4 ਕੁੰਡਾਂ 'ਚ ਪਾਉਂਦੇ ਫਿਰਨ। ਸੋ ਜਿਹੜੇ 4 ਦਿਸ਼ਾ ਹਨ, ਉੱਤਰ ਦੱਖਣ ਪੂਰਬ ਪੱਛਮ, ਲਹਿੰਦਾ ਚੜ੍ਹਦਾ ਦੱਖਣ ਪਹਾੜ, 4 ਕੁੰਡਾਂ 'ਚ ਜਿੱਥੇ ਮਰਜ਼ੀ ਸਾਰੀ ਧਰਤੀ 'ਤੇ ਪਾਉਂਦੇ ਹੋਏ ਥੱਕ ਗਏ। ਪਰ ਉਹਨਾਂ ਨੂੰ ਬੂਝ ਜਿਹੜੀ ਸਮਝ ਆ ਨਾ, ਗਿਆਤ ਹੈ ਅਸਲੀ
ਸਮਝ ਸੋਝੀ ਹੈ ਉਹ ਨਹੀਂ ਪ੍ਰਾਪਤ ਹੋਈ। ਜਿਸ ਸਤਿਗੁਰ ਮੇਲੇ ਸੋ ਮਿਲੈ, ਸੱਚਾ ਸ਼ਬਦ ਸੁਣਾਏ। ਜਿਸ ਦੇ ਤਾਈਂ ਵਾਹਿਗੁਰੂ ਅਕਾਲ ਪੁਰਖ ਬਖਸ਼ਿਸ਼ ਕਰਕੇ ਸਤਿਗੁਰੂ ਦੇ ਨਾਲ ਮੇਲ ਦਿੰਦਾ ਹੈ, ਉਹ ਮਿਲਦਾ ਵਾਹਿਗੁਰੂ ਵਿੱਚ। ਪ੍ਰਮਾਤਮਾ ਦਾ ਜੋ ਨਿਰਾਕਾਰ ਸਰੂਪ ਦਾ ਗਿਆਨ ਹੈ, ਘਟ ਘਟ ਮੈਂ ਹਰ ਜੂ ਬਸਾ, ਇਹ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਉਹ ਵਾਹਿਗੁਰੂ ਵਿੱਚ ਸਦਾ ਵਾਸਤੇ ਗੁਰਮੁਖ ਮਿਲ ਜਾਂਦਾ ਹੈ ਤੇ ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੁਆਰਾ ਸਮਾ ਜਾਂਦਾ ਹੈ। ਮਿੱਤਰ ਘਨੇਰੇ ਕਰ ਥਕੇ, ਮੇਰਾ ਦੁੱਖ ਕਾਟੈ ਕੋਏ। ਹਜ਼ੂਰ ਕਹਿੰਦੇ ਨੇ ਕਿ ਮੈਂ ਆਪਣੇ ਸੰਬੰਧੀ ਜਿਹੜੇ ਇੱਧਰ ਉੱਧਰ ਕਈ ਸਨ, ਉਹਨਾਂ ਨੂੰ ਆਪਣੇ ਬਹੁਤ ਜ਼ਿਆਦਾ ਮਿੱਤਰ ਬਣਾ ਕੇ ਤੇ ਮੈਂ ਹਾਰ ਹੰਭ ਗਈ। ਮੇਰੀ ਇੱਛਾ ਇਹ ਸੀ ਕਿ ਮੇਰਾ ਕੋਈ ਦੁੱਖ ਕੱਟ ਦੇਵੇ, ਪਰ ਮੈਂ ਮਿੱਤਰ ਬਹੁਤੇ ਬਣਾ ਕੇ ਥੱਕ ਗਈ। ਕੋਈ ਮੇਰਾ ਦੁੱਖ ਨਹੀਂ ਕੱਟ ਸਕਿਆ। ਕਿਸੇ ਵਿੱਚ ਕੋਈ ਸਮਰੱਥਾ ਨਹੀਂ ਸੀ ਕਿ ਮੇਰਾ ਦੁੱਖ ਕੱਟੇ। ਜਿਵੇਂ ਬਚਨ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋਇ ਆਪਣਾ ਦੁੱਖ ਭਰਿਆ। ਜਾਂ ਦੁੱਖ ਤਿਸੈ ਪੈ ਆਖੀਐ, ਸੂਖ ਜਿਸੈ ਹੀ ਪਾਸ। ਜਿਸ ਮਨੁੱਖ ਦੇ ਕੋਲ ਵੀ ਆਪਣਾ ਰੋਣਾ ਰੋਈਏ, ਉਹ ਅੱਗੇ ਆਪਣੇ ਰੋਣੇ ਰੋਂਦਾ ਸਾਡੇ ਕੋਲ। ਜੇ ਆਪਣੀ ਬਿਰਥਾ ਅਵਰਾ ਪਹਿ ਕਹੀਏ ਤਾਂ ਅਵਰਾ ਪਹਿ ਕਹਿ ਮਨ ਲਾਜ ਮਰਾਸਾ। ਆਪਣੀ ਬਿਰਥਾ ਕਹੋ ਹਰ ਸੁਆਮੀ, ਆਪਣੇ ਪੈ ਜੋ ਤੁਮਰੇ ਦੁੱਖ ਤਤਕਾਲ ਕਟਾਸਾ। ਸੋ ਇਸ ਪ੍ਰਕਾਰ ਕਹਿੰਦੇ ਬੜਾ ਭਾਲਦੀ ਥੱਕ ਗਈ, ਘਨੇਰੇ ਮਿੱਤਰ ਕਰ ਕਰਕੇ ਵੇਖੇ ਕਿ ਮੇਰਾ ਕੋਈ ਤਾਂ ਦੁੱਖ ਕੱਟੇ, ਪਰ ਮੈਂ ਥੱਕ ਗਈ, ਕਿਸੇ ਨੇ ਦੁੱਖ ਨਾ ਕੱਟਿਆ। ਮਿਲ ਪ੍ਰੀਤਮ ਦੁੱਖ ਕਟਿਆ, ਸ਼ਬਦ ਮਿਲਾਵਾ ਹੋਏ। ਜਦੋਂ ਗੁਰੂ ਦੇ ਸ਼ਬਦ ਨਾਲ ਮੈਂ ਜੁੜੀ ਤੇ ਸ਼ਬਦ ਦੁਆਰਾ ਐਸਾ ਮਿਲਾਪ ਹੋਇਆ, ਪ੍ਰੀਤਮ ਨੂੰ ਮਿਲ ਕੇ ਸਾਰਾ ਹੀ ਦੁੱਖ ਕੱਟਿਆ ਗਿਆ। ਕਿਸੇ ਪ੍ਰਕਾਰ ਦਾ ਦੁੱਖ ਨਾ ਰਹਿ ਗਿਆ। ਖਾਸ ਕਰਕੇ ਜੰਮਣ ਮਰਨ ਦਾ ਦੁੱਖ, ਵਾਹਿਗੁਰੂ ਤੋਂ ਵਿਛੋੜੇ ਦਾ ਦੁੱਖ ਜਿਹੜਾ ਸੀ, ਇਸ ਤੋਂ ਸਾਰੇ ਦੁੱਖਾਂ ਦਾ ਜਨਮ ਹੋਇਆ। ਇਹ ਦੁੱਖ ਕੱਟਿਆ ਗਿਆ। ਸੱਚ ਖੱਟਣਾ ਸੱਚ ਰਾਸ ਹੈ, ਸੱਚੇ ਸੱਚੀ ਸੋਏ। ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਸੱਚ ਦੀ ਖੱਟੀ ਹੈ ਨਾ, ਸੱਚ ਦਾ ਧਨ ਖੱਟਿਆ ਹੈ। ਸੱਚ ਹੀ ਨਾਮ ਹੀ ਉਹਨਾਂ ਦੀ ਰਾਸ ਹੈ, ਪੂੰਜੀ ਹੈ ਜਮ੍ਹਾਂ ਰੱਖੀ ਹੋਈ। ਤੇ ਉਹਨਾਂ ਸੱਚੇ ਜੀਵ ਜਿਹੜੇ ਭਗਤ ਹਨ, ਸੱਚੇ ਰੱਬ ਦੇ ਨਾਲ ਜੁੜੇ ਹੋਏ, ਉਹਨਾਂ ਸੱਚ ਨਾਲ ਜੁੜਿਆਂ ਹੋਇਆਂ ਦੀ ਸੋਏ ਸੋਭਾ ਵੀ ਸੱਚੀ ਹੈ। ਜਿਨ੍ਹਾਂ ਨੇ ਸੱਚ ਨੂੰ ਖੱਟਣਾ ਹੈ, ਸੱਚ ਨੂੰ ਆਪਣਾ ਰਾਸ ਬਣਾਇਆ, ਪੂੰਜੀ ਬਣਾਇਆ ਤੇ ਸੱਚੇ ਨਾਲ ਜੁੜੇ ਹੋਏ ਨੇ, ਉਹ ਸੱਚੇ ਜੀਵ ਸੱਚੀ ਸੋਭਾ ਵਾਲੇ ਨੇ। ਸੱਚ ਮਿਲੇ ਸੇ ਨਾ ਵਿਛੜ ਹੈ, ਨਾਨਕ ਗੁਰਮੁਖ ਹੋਏ। ਹਜ਼ੂਰ ਕਹਿੰਦੇ ਨੇ ਕਿ ਜੋ ਗੁਰਮੁਖ ਹੋ ਗਏ ਹਨ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲੇ, ਗੁਰਮੁਖ ਹੋਏ ਬਣ ਗਏ, ਉਹ ਸੱਚ ਦੇ ਨਾਲ ਹੀ ਮਿਲੇ ਹੋਏ ਨੇ। ਸੱਚ ਹੈ ਸਦਾ ਥਿਰ ਰਹਿਣ ਵਾਲਾ ਪਰਮਾਤਮਾ, ਸਦਾ ਸੱਚਾ ਵਾਹਿਗੁਰੂ ਦਾ ਨਾਮ ਹੈ। ਸੋ ਇਸ ਤਰ੍ਹਾਂ ਸੱਚ ਵਿੱਚ ਜਿਹੜੇ ਮਿਲੇ ਹਨ, ਉਹ ਕਦੇ ਵੀ ਵਿਛੜਦੇ ਨਹੀਂ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ। ਸ੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਜੀ ਅਗਲਾ ਸ਼ਬਦ ਉਚਾਰਦੇ ਹਨ, ਆਪੇ ਕਾਰਣ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ। ਇੱਕ ਤਾਂ ਹੈ ਕਰਤਾ ਅਕਾਲ ਪੁਰਖ ਵਾਹਿਗੁਰੂ, ਇੱਕ ਉਹਨੇ ਰਚਨਾ ਰਚਣ ਤੋਂ ਪਹਿਲਾਂ ਕੋਈ ਕਾਰਨ ਬਣਾਇਆ, ਜਿਸ ਕਾਰਨ ਕਰਕੇ ਕਰਤੱਵ ਹੋਇਆ। ਕਰਤੱਵ ਹੈ ਇਹ ਸੰਸਾਰ, ਤੇ ਇਹ ਮਾਇਆ ਪਹਿਲਾਂ ਰਚੀ ਹੈ ਵਾਹਿਗੁਰੂ ਨੇ। ਜਾਂ ਇੰਝ ਕਹਿ ਲਓ ਕਿ ਫੁਰਨਾ ਕੀਤਾ, ਇੱਛਾ ਕੀਤੀ ਹੈ ਕਿ ਕੋਈ ਖੇਡ ਰਚੀ ਹੈ, ਤਾਂ ਉਹ ਜਿਹੜੀ ਇੱਛਾ ਕਰਨੀ ਹੈ, ਫੁਰਨਾ ਕਰਨਾ ਵਾਹਿਗੁਰੂ ਵੱਲੋਂ, ਜਾਂ ਆਪਣਾ ਨਾਮ ਉਚਾਰਨਾ ਹੈ, ਉਹ ਕਾਰਨ ਹੈ। ਉਸ ਕਾਰਨ ਤੋਂ ਸਾਰਾ ਜਗਤ ਤੇ ਮਾਇਆ ਜਿੰਨੀ ਪਸਰੀ ਹੈ, ਬਨਾਵਟ ਸੰਸਾਰ ਦੀ, ਇਹ ਕਾਰਜ ਹੈ ਵਾਹਿਗੁਰੂ ਦਾ। ਆਪ ਹੀ ਵਾਹਿਗੁਰੂ ਕਰਤਾ, ਕਾਰਨ ਕਰੇ। ਕਾਰਨ ਫੁਰਨਾ ਕੀਤਾ ਜਗਤ ਨੂੰ ਰਚਣ ਦਾ, ਜਾਂ ਕਲਪ ਦਦਾਤਮ ਸੰਬੰਧ ਕੀਤਾ ਮਾਇਆ ਨਾਲ, ਤੇ ਸ੍ਰਿਸ਼ਟੀ ਫਿਰ ਅੱਗੇ ਰਚ ਦਿੱਤੀ ਹੈ। ਇਸ ਸ੍ਰਿਸ਼ਟੀ ਨੂੰ ਆਪ ਉਪਾ ਕੇ ਰਚ ਕੇ ਪੈਦਾ ਕਰਕੇ ਫਿਰ ਵਾਹਿਗੁਰੂ ਜੀ ਆਪ ਵੇਖਦੇ ਪਏ ਨੇ। ਪਰਮਾਤਮਾ ਆਪ ਵੇਖਦਾ ਹੈ, ਭਾਵ ਸੰਭਾਲ ਕਰਦਾ ਹੈ ਵਾਹਿਗੁਰੂ ਆਪ ਹੀ। ਸਭ ਏਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਪਹਿਲਾਂ ਵੀ ਵਾਹਿਗੁਰੂ ਜੀ ਇੱਕ ਹੀ ਸਨ, ਸ੍ਰਿਸ਼ਟੀ ਰਚ ਦਿੱਤੀ, ਤੇ ਹੁਣ ਵੀ ਅਨੇਕਤਾ ਦੇ ਵਿੱਚ ਇੱਕ ਹੀ ਹੈ ਵਾਹਿਗੁਰੂ। ਅਨੇਕ ਹੈ ਫਿਰ ਏਕ ਹੈ। ਸੋ ਪਹਿਲਾਂ ਵੀ ਇੱਕ ਸੀ, ਹੁਣ ਅਨੇਕਾਂ ਰੂਪ ਧਾਰੇ ਹੋਏ ਨੇ। ਜਦੋਂ ਇਹ ਦਿਸਦੇ ਰੂਪ ਖਤਮ ਕਰ ਦੋਗੇ ਮਹਾਰਾਜ, ਆਪਣੀ ਸਥੂਲ ਸ੍ਰਿਸ਼ਟੀ ਨੂੰ ਖਤਮ ਕਰ ਦੋਗੇ, ਫਿਰ ਤੋਂ ਇੱਕੋ ਹੀ ਰਹਿ ਜਾਏਗਾ। ਇਸ ਤਰ੍ਹਾਂ ਇੱਕੋ ਹੀ ਪਹਿਲਾਂ ਸੀ, ਹੁਣ ਵੀ ਇੱਕ ਦਾ ਹੀ ਵਰਤਾਰਾ ਸਾਰੀ ਸ੍ਰਿਸ਼ਟੀ 'ਚ ਵਰਤ ਰਿਹਾ ਹੈ, ਪਰ ਹੈ ਅਲੱਖ। ਮਨ ਬੁੱਧ ਰੂਪੀ ਨੇਤਰਾਂ ਦੁਆਰਾ। ਸੋ ਇਸੇ ਤਰ੍ਹਾਂ ਨਾ ਨੇਤਰਾਂ ਦੇ ਅੱਖਾਂ ਰਾਹੀਂ, ਨਾ ਕੰਨਾਂ ਨਾਲ ਸੁਣ ਕੇ, ਨਾ ਪੈਰਾਂ ਨਾਲ ਤੁਰ ਕੇ ਜਾ ਕੇ, ਨਾ ਹੱਥਾਂ ਨਾਲ ਕੁਛ ਕਰਕੇ ਲਿਖ ਕੇ, ਕੁਛ ਕਿਸੇ ਤਰ੍ਹਾਂ ਵੀ
ਮੁਕੰਮਲ ਸਰੂਪ ਨਹੀਂ ਪ੍ਰਮਾਤਮਾ ਦਾ ਲਿਖਿਆ ਜਾਂਦਾ, ਇਸ ਕਰਕੇ ਅਲੱਖ ਹੈ। ਅਲੱਖ ਨਾ ਲਿਖਿਆ ਜਾਏ, ਨਹੀਂ ਲਿਖਿਆ ਜਾਂਦਾ ਕਿ ਕਿੱਡਾ ਕੁ ਵੱਡਾ ਹੈ ਵਾਹਿਗੁਰੂ। ਲਖਣ ਤੋਂ ਲਖਣਾ ਬਿਰਤੀ ਕਰਕੇ ਸੋ ਪ੍ਰਮਾਤਮਾ ਅਕਾਲ ਪੁਰਖ ਅਲੱਖ ਹੈ। ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ। ਆਪ ਹੀ ਪ੍ਰਭੂ ਪ੍ਰਮਾਤਮਾ ਦਇਆਲੂ ਸਰੂਪ ਹੈ, ਤੇ ਜਿਨ੍ਹਾਂ ਦੇ ਉੱਪਰ ਦਿਆਲੂ ਹੁੰਦਾ ਵਾਹਿਗੁਰੂ, ਬਹੁਤਾ ਟੁੱਟਦਾ ਹੈ, ਉਹਨਾਂ ਨੂੰ ਆਪ ਹੀ ਬੁਝਾ ਦਿੰਦਾ, ਸਮਝਾ ਦਿੰਦਾ, ਸੂਝ ਬੂਝ ਬਖਸ਼ ਦਿੰਦਾ, ਆਪਣਾ ਗਿਆਨ ਬਖਸ਼ ਦਿੰਦਾ। ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵਲਾਏ। ਜਿਹੜੇ ਗੁਰਮਤੀਏ ਹਨ, ਗੁਰਾਂ ਦੀ ਮਤ ਦੇ ਧਾਰਨੀ ਵਿਅਕਤੀ, ਉਹਨਾਂ ਦੇ ਸਦਾ ਹੀ ਮਨ ਵਿੱਚ ਵਸਿਆ ਹੋਇਆ ਵਾਹਿਗੁਰੂ, ਤੇ ਉਹ ਸਦਾ ਹੀ ਸੱਚ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਦੇ ਨੇ। ਝੂਠਾ ਸੰਸਾਰ ਹੈ ਤੇ ਸੱਚ ਵਾਹਿਗੁਰੂ ਹੈ, ਸੱਚਾ ਨਾਮ ਹੈ ਵਾਹਿਗੁਰੂ ਦਾ। ਇੱਥੇ ਆਪਣੀ ਸੁਰਤ ਨੂੰ ਨਾ ਜੋੜਿਆ ਹੋਇਆ, ਸਾਰੀ ਕੁਦਰਤ ਨੂੰ ਵੇਖਦਿਆਂ ਹੋਇਆਂ ਵੀ ਕਾਦਰ ਦੇ ਝਲਕਾਰੇ ਉਹਨਾਂ ਨੂੰ ਪੈ ਰਹੇ ਨੇ। ਜਿੱਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ, ਨਾ ਤੇਰੀ ਸੀ ਰੰਗਤ ਨਾ ਤੇਰੀ ਸੀ ਬੂ। ਇਸ ਪ੍ਰਕਾਰ ਉਹਨਾਂ ਦੀ ਸੁਰਤ ਸੱਚ ਵਿੱਚ ਰਚੀ ਹੋਈ ਹੈ। ਤਰ ਚਿੱਤਰੈ ਚਿਤੋ ਚਿਤਕਾਰੀ, ਜਿਵੇਂ ਕਬੀਰ ਜੀ ਨੇ ਕਿਹਾ, ਚਿੱਤਰਕਾਰੀ ਜਿਹੜੀ ਦਿਸ ਰਹੀ ਹੈ ਸੰਸਾਰ, ਇਹਦੇ 'ਚ ਨਹੀਂ ਚਿੱਤ ਜੋੜਿਆ। ਜਿਹੜਾ ਚਿੱਤਰਕਾਰ ਹੈ ਨਾ, ਇਸ ਰਚਨਾ ਨੂੰ ਬਣਾਉਣ ਵਾਲਾ, ਉਸ ਵਿੱਚ ਚਿੱਤਕਾਰੀ ਵਿੱਚ ਪ੍ਰਮਾਤਮਾ ਵਿੱਚ ਚਿੱਤ ਜੋੜਿਆ ਉਹਨਾਂ ਨੇ। ਮਨ ਮੇਰੇ ਗੁਰ ਕੀ ਮਨ ਲੈ ਰਜਾਏ। ਹਜੂਰ ਕਹਿੰਦੇ ਨੇ ਕਿ ਆਪਣੇ ਮਨ ਨੂੰ ਸਮਝਾਓ ਇਸ ਤਰ੍ਹਾਂ, ਕਹੋ ਕਿ ਹੇ ਮੇਰੇ ਮਨਾ, ਸਤਿਗੁਰਾਂ ਦੀ ਰਜਾ ਨੂੰ ਮੰਨ ਲੈ, ਸਤਿਗੁਰਾਂ ਦੇ ਹੁਕਮ ਨੂੰ ਮੰਨ ਲੈ, ਸਤਿਗੁਰੂ ਦੀ ਮਰਜ਼ੀ ਨੂੰ ਮੰਨ ਲੈ, ਸਤਿਗੁਰ ਦੇ ਭਾਣੇ ਨੂੰ ਮੰਨ ਲੈ। ਸੋ ਇਸ ਪ੍ਰਕਾਰ ਸਤਿਗੁਰ ਕੈ ਆਖਿਆ ਜੋ ਚੱਲੈ, ਸੋ ਸਤਿਪੁਰਖ ਭਲ ਭਲਾ। ਇਸ ਤਰ੍ਹਾਂ ਦਾ ਬਣ ਜਾ। ਮਨ ਤਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ। ਜੇ ਗੁਰਾਂ ਦੀ ਰਜਾ ਨੂੰ ਮੰਨ ਲਏਗਾ ਨਾ, ਗੁਰਾਂ ਦੇ ਹੁਕਮ ਨੂੰ ਮੰਨ ਲਏਗਾ, ਆਪਣੇ ਮਨ ਦੀ ਮਨੌਤ ਛੱਡ ਜਾਏਗਾ, ਤਾਂ ਮਨ ਤੇ ਤਨ ਦੋਵੇਂ ਸੀਤਲ ਹੋ ਜਾਣਗੇ। ਜਿਨ੍ਹਾਂ ਨੇ ਮੰਨ ਲਈ ਹੈ ਰਜਾ, ਉਹਨਾਂ ਦਾ ਮਨ ਤਨ ਸੀਤਲ ਹੋ ਗਿਆ ਹੈ, ਸੀਤਲ ਮੈਂ ਠੰਡਾ ਹੋ ਗਿਆ, ਮਨ 'ਚ ਵੀ ਸ਼ਾਂਤੀ ਆ ਗਈ ਹੈ। ਇੰਦਰੀਆਂ ਦਾ ਵੀ ਨੜੱਤਪੁਣਾ ਖਿੰਜੋ ਤਾੜਾ ਮੁੱਕ ਗਿਆ, ਸਭ ਇੰਦਰੀਆ ਵਸ ਕਰ ਦਿੱਤੀ ਉਹ ਸਤਵੰਤਾ ਸਾੜਾ, ਜਿਤ ਲਾਈਨ ਤਿੱਤੈ ਲੱਗਦੀਆਂ ਹਨ ਖਿੰਜੋ ਤਾੜਾ। ਇਸ ਪ੍ਰਕਾਰ ਆਪਣੀ ਮਰਜ਼ੀ ਨਾਲ ਨਹੀਂ ਹੁਣ ਚੱਲਦੀਆਂ ਇੰਦਰੀਆਂ, ਅਧੀਨ ਹੋ ਜਾਂਦੀਆਂ ਹਨ। ਇਸ ਪ੍ਰਕਾਰ ਜੇ ਤਨ ਮਾਤਰਾ ਇੰਦਰੇ ਹਨ ਤੇ ਮਨ ਹੈ, ਇਹ ਸਭ ਥੀਐ ਹੋ ਜਾਂਦਾ ਹੈ ਸੀਤਲ, ਠੰਡਾ, ਸ਼ਾਂਤੀ ਆ ਜਾਂਦੀ ਹੈ। ਨਾਮ ਵਸੈ ਮਨ ਆਏ, ਤੇ ਮਨ ਵਿੱਚ ਆ ਕੇ ਨਾਮ ਵਸ ਜਾਂਦਾ ਵਾਹਿਗੁਰੂ ਜੀ ਦਾ। ਰਹਾਉ ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ। ਹੇ ਭਾਈ, ਤੂੰ ਕਾਹਤੋਂ ਚਿੰਤਾ ਕਰਦਾ? ਜਿਸ ਪ੍ਰਮਾਤਮਾ ਨੇ ਕਾਰਨ ਬਣਾ ਕੇ ਨਾ ਮਾਇਆ ਆਦਿਕ ਤੇ ਇਹ ਸੰਸਾਰ ਧਾਰਿਆ, ਆਸਰਾ ਦਿੱਤਾ ਸਾਰੇ ਸੰਸਾਰ ਨੂੰ, ਵਿੱਚ ਆਪਣੀ ਕਲਾ ਪਾਈ ਹੋਈ ਹੈ, ਜਿਹਨੇ ਇਹ ਧਾਰਿਆ ਟਿਕਾਇਆ ਹੋਇਆ ਸਾਰਾ ਸੰਸਾਰ, ਹੋਂਦ ਬਣਾਈ ਹੋਈ ਹੈ, ਸੋਈ ਸਾਰ ਕਰੇ। ਉਹੀ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਜੀਆਂ ਦੀ ਸਾਰ ਖਬਰ ਲੈਂਦਾ ਹੈ। ਜਿਵੇਂ ਹਜੂਰ ਨੇ ਕਿਹਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤੋ ਪਾਇਆ ਨ ਤਨਾ ਵੇ ਰੋਜੀ ਦੇ। ਉੱਥੇ ਹਟ ਨਾ ਚੱਲੇ, ਜਲ ਮਹਿ ਜੰਤੋ ਪਾਇਆ ਨ ਤਨਾ ਪੇ ਸਾਰ ਕਰੇ। ਉੱਥੇ ਹਟ ਨਾ ਚੱਲੇ, ਨਾ ਕੋ ਕਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ ਤਨਾ ਪੇ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਸ ਪ੍ਰਕਾਰ ਦੇ ਵਾਕ ਕਹੇ ਹਨ ਸਤਿਗੁਰੂ ਮਹਾਰਾਜ ਨੇ। ਸਭਨਾਂ ਦੀ ਸਾਰ ਸੰਭਾਲ ਕਰਨ ਵਾਲਾ ਵਾਹਿਗੁਰੂ ਹੈ। ਗੁਰ ਕੈ ਸ਼ਬਦ ਪਛਾਣੀਐ, ਜਾਂ ਆਪੇ ਨਦਰ ਕਰੇ। ਜੋ ਗੁਰਾਂ ਦਾ ਸ਼ਬਦ ਉਪਦੇਸ਼ ਹੈ, ਗੁਰਾਂ ਦੀ ਬਾਣੀ ਹੈ, ਇਸ ਬਾਣੀ ਰਾਹੀਂ ਵਿਚਾਰ ਕੇ ਸਮਝ ਕੇ ਪ੍ਰਮਾਤਮਾ ਅਕਾਲ ਪੁਰਖ ਦੀ ਪਛਾਣ ਕਰੀਏ, ਤੇ ਪਰ ਤਾਂ ਹੀ ਇੰਝ ਹੋ ਸਕਦਾ ਹੈ, ਤਾਂ ਹੀ ਗੁਰੂ ਕਾ ਸ਼ਬਦ ਮਨ 'ਚ ਵਸ ਸਕਦਾ, ਤਾਂ ਹੀ ਗੁਰੂ ਦੇ ਸ਼ਬਦ ਨਾਲ ਜੁੜਿਆ ਜਾ ਸਕਦਾ ਹੈ। ਜਾਂ ਆਪੇ ਨਜ਼ਰ ਕਰੇ, ਜਦੋਂ ਪ੍ਰਮਾਤਮਾ ਆਪ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ। ਸਾਰੀ ਸ੍ਰਿਸ਼ਟੀ ਉੱਪਰ ਨਜ਼ਰ ਹੈ ਪ੍ਰਮਾਤਮਾ ਦੀ, ਪਰ ਸਭਨਾਂ ਉੱਪਰ ਨਜ਼ਰ ਪ੍ਰਭ ਤੇਰੀ, ਕਿਸੈ ਥੋੜ੍ਹੀ ਕਿਸੈ ਹੈ ਕਨੇਰੀ। ਇਹ ਕਨੇਰੀ ਨਜ਼ਰ ਦੇ ਪਾਤਰ ਜੇ ਬਣ ਜਾਈਏ ਤੇ ਵਾਹਿਗੁਰੂ ਆਪਣੀ ਕਨੇਰੀ ਨਜ਼ਰ ਕਰ ਦੇਵੇ, ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ, ਤਾਂ ਇਹ ਵੱਡੀ ਦਾਤ ਮਿਲਦੀ ਹੈ ਗੁਰੂ ਦੇ ਸ਼ਬਦ ਨਾਲ ਜੁੜਨ ਦੀ, ਜਿਹਦੇ ਰਾਹੀਂ ਵਾਹਿਗੁਰੂ ਪਛਾਣਿਆ ਜਾਂਦਾ ਹੈ। ਸੇ ਜਨ ਸ਼ਬਦੇ ਸੋਹਣੇ, ਤਿਤ ਸੱਚਾ ਦਰਬਾਰ। ਜਿਹੜੇ ਜਨ ਗੁਰਾਂ ਦੇ ਸ਼ਬਦ ਨਾਲ ਜੁੜੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਗਏ ਨੇ। ਸੇ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ, ਸਈ ਗੰਭੀਰ ਅਪਾਰ ਜੀਓ। ਸੋ ਉਸ ਤਿਸ ਸੱਚੇ ਦਰਬਾਰ ਅੰਦਰ, ਤਿਤ ਤਿਸ ਪ੍ਰਮਾਤਮਾ ਦੇ ਜੋ ਸੱਚਾ ਹੈ, ਉਸ ਦੇ ਸੱਚੇ ਦਰਬਾਰ ਦੇ ਅੰਦਰ ਉਹ ਸੋਹਣੇ ਜਾਣੇ ਜਾਣਗੇ।
ਆਦਰ ਮਾਣ ਮਿਲੇਗਾ, ਸੇਵਕ ਦਰਗਹਿ ਸੁਰਖਰੂ। ਸੋ ਇਸ ਪ੍ਰਕਾਰ ਸੁੰਦਰ ਸਰੂਪ ਵਾਲੇ ਮਨ ਬਣ ਗਏ, ਸਤਕਾਰੇ ਗਏ ਤੇ ਸੋਹਣੇ ਹੋਏ ਨਾ। ਜੇ ਆਦਰ ਨਾ ਮਿਲਿਆ ਤਾਂ ਬਾਹਰੀ ਸਰੀਰ ਦਾ ਸੋਹਣਪੁਣਾ ਕਿਹੜੇ ਕੰਮ ਹੈ, ਸੁੰਦਰਤਾ ਕਿਸੇ ਅਰਥ ਨਹੀਂ ਹੈ। ਗੁਰਮੁਖ ਸੱਚਾ ਸ਼ਬਦ ਰਤੇ, ਆਪ ਮੇਲੇ ਕਰਤਾਰ। ਜਿਹੜੇ ਗੁਰਾਂ ਦੇ ਅਨੁਸਾਰੀ ਹੋ ਕੇ ਚੱਲੇ, ਗੁਰੂ ਨੂੰ ਮੁੱਖ ਬਣਾਇਆ ਜਿਨ੍ਹਾਂ ਨੇ, ਉਹ ਗੁਰਾਂ ਦੇ ਸੱਚੇ ਸ਼ਬਦ ਵਿੱਚ ਰੱਤੇ ਗਏ, ਮੇਲੇ ਮਨ ਦੇ ਤਾਈਂ ਰੰਗੇ ਗਏ। ਮਨ ਉਹਨਾਂ ਦਾ ਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ ਤੇ ਉਹਨਾਂ ਦੇ ਤਾਈਂ ਕਰਤਾਰ ਪਰਮਾਤਮਾ ਅਕਾਲ ਪੁਰਖ ਨੇ ਆਪ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ। ਉਹ ਆਪ ਮੇਲ ਲਏ ਹਨ। ਗੁਰਮਤੀ ਸੱਚ ਸਲਾਹਣਾ, ਜਿਸ ਦਾ ਅੰਤ ਨ ਪਾਰਾਵਾਰ। ਗੁਰਮਤੀਆਂ ਦਾ ਕੰਮ ਹੈ ਸੱਚ ਸਰੂਪ ਪਰਮਾਤਮਾ ਨੂੰ ਸਲਾਹੁਣਾ। ਸੋ ਇੱਕ ਅਕਾਲ ਪੁਰਖ ਸੱਚੇ ਕੇ ਗੁਣ ਸਾਰ ਦੇ, ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਸਾਲਾਹੀ ਸਾਲਾਹਣਾ, ਸੋ ਸਲਾਹੁਣ ਯੋਗ ਪਰਮਾਤਮਾ ਨੂੰ ਸਲਾਹੁਣਾ ਹੋਇਆ ਉਹਨਾਂ ਨੇ। ਸੋ ਅਸੀਂ ਸੰਸਾਰੀ ਜੀਵ ਕਦੇ ਕਿਸੇ ਦੀ ਖੁਸ਼ਾਮਦ ਕਰਦੇ ਹਾਂ, ਉਸਤਤ ਕਰਨ ਲੱਗ ਜਾਂਦੇ, ਲੋੜ ਤੋਂ ਵੱਧ ਹੀ ਐਵੇਂ ਮਹਿਮਾ ਗਾਈ ਜਾਂਦੇ ਹਾਂ ਤੇ ਜਿਹਦੇ ਅਸੀਂ ਵਿਰੋਧੀ ਹੁੰਦੇ ਉਹਦੀ ਨਿੰਦਿਆ ਕਰੀ ਜਾਂਦੇ ਹਾਂ। ਹਜ਼ੂਰ ਨੇ ਸਾਨੂੰ ਕਿਹਾ ਉਸਤਤ ਨਿੰਦਾ ਦੋ ਵਿਵਰਜਿਤ। ਉਸਤਤ ਵੀ ਤੇ ਨਿੰਦਾ ਵੀ ਦੋਵੇਂ ਵਿਵਰਜਿਤ ਕੀਤੀਆਂ ਹੋਈਆਂ ਹਜ਼ੂਰ ਨੇ। ਤਜੋ ਮਾਨ ਅਭਿਮਾਨਾ, ਸੋ ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਐਸੀ ਕਲ ਰਾਖੀ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜਿਹਨੇ ਪੂਰਨ ਕਲਾ ਸ਼ਕਤੀ ਆਪਣੀ ਸੰਸਾਰ 'ਚ ਟਿਕਾਈ ਹੋਈ ਹੈ, ਉਸ ਵਾਹਿਗੁਰੂ ਦੀ ਹੀ ਸਿਫਤ ਕਰਨੀ ਚਾਹੀਦੀ, ਜਿਹਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਹਨ, ਸਾਰੇ ਗੁਣ ਹਨ, ਸਾਰੀਆਂ ਸ਼ਕਤੀਆਂ ਹਨ। ਇਸ ਤਰ੍ਹਾਂ ਗੁਰਮਤੀ ਸੱਚ ਸਲਾਹਣਾ, ਜਿਸ ਦਾ ਅੰਤ ਨਾ ਪਾਰਾਵਾਰ। ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਹੈ, ਜਿਸ ਦਾ ਉਰਾਰ ਤੇ ਪਾਰਲਾ ਕੰਢਾ ਨਹੀਂ ਲੱਭਦਾ ਹੈ, ਨਾ ਪਾਰ ਹੈ ਨਾ ਉਰਾਰ ਹੈ। ਪਤਾ ਹੀ ਨਹੀਂ ਕਿੱਥੋਂ ਸ਼ੁਰੂ ਹੋਇਆ ਕਿੱਥੇ ਸਮਾਪਤ ਹੋਣਾ ਵਾਹਿਗੁਰੂ ਨੇ, ਕਿਉਂਕਿ ਹੁੰਦਾ ਹੀ ਨਹੀਂ ਸਮਾਪਤ। ਇਸ ਕਰਕੇ ਜਿਹਦਾ ਅੰਤ ਨਹੀਂ ਉਹਦਾ ਆਦ ਵੀ ਨਹੀਂ ਪਤਾ ਹੋ ਸਕਦਾ, ਸਦੀਵੀ ਹੈ। ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ। ਆਪਣੇ ਹੁਕਮ ਦੁਆਰਾ ਆਪਣੀ ਰਜਾ ਵਿੱਚ ਪਰਮਾਤਮਾ ਨੇ ਖੇਡ ਰਚੀ ਹੈ। ਘਟ ਘਟ ਹਿਰਦਿਆਂ 'ਚ ਆਪ ਹੀ ਵਸ ਰਿਹਾ ਹੈ ਤੇ ਵਾਹਿਗੁਰੂ ਦੇ ਹੁਕਮ ਦੇ ਦੁਆਰਾ ਹੀ ਇਹ ਜੀਵ ਪਰਮਾਤਮਾ ਦੀ ਵਿਚਾਰ ਕਰਦਾ। ਆਪਣੇ ਹੁਕਮ ਦੁਆਰਾ ਹੀ ਇਹ ਗਿਆਨ ਬਖਸ਼ਦਾ ਕਿ ਉਹ ਵਾਹਿਗੁਰੂ ਘਟ ਘਟ ਵਿੱਚ ਵਸਦਾ ਹੈ ਤੇ ਹੁਕਮੇ ਕਰੇ ਵਿਚਾਰ। ਇਹ ਜੀਵ ਰੱਬ ਦੇ ਹੁਕਮ ਦੁਆਰਾ ਹੀ ਉਸ ਦੀਆਂ ਵਿਚਾਰਾਂ ਕਰ ਸਕਦਾ ਹੈ ਤੇ ਹੁਕਮ ਆਪਣੀ ਰਜਾ ਵਿੱਚ ਹੀ ਪਰਮਾਤਮਾ ਸਾਰੇ ਜੀਆਂ ਦੀ ਵਿਚਾਰ ਕਰਦਾ, ਕਿਹੜਾ ਕਿਸ ਚੀਜ਼ ਦਾ ਪਾਤਰ ਹੈ, ਕਿਹਨੇ ਕੀ ਕੀਤਾ, ਕੀ ਦੇਣਾ ਕਿਸੇ ਨੂੰ। ਗੁਰ ਸਬਦੀ ਸਲਾਹੀ ਹੈ, ਹਉਮੈ ਵਿੱਚੋਂ ਖੋਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਗੁਰਾਂ ਦੇ ਸ਼ਬਦ ਵਿੱਚ ਜੁੜ ਕੇ ਸਲਾਹੁਣਾ ਚਾਹੀਦਾ ਅਕਾਲ ਪੁਰਖ ਨੂੰ। ਤੇ ਇਸ ਤਰ੍ਹਾਂ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਅਸੀਂ ਆਪਣੇ ਹਿਰਦੇ ਦੇ ਵਿੱਚੋਂ ਹਉਮੈ ਨੂੰ ਨਾਸ ਕਰ ਸਕਦੇ ਹਾਂ। ਇਸ ਤਰ੍ਹਾਂ ਜੋ ਜੁੜਿਆ ਹੈ ਰੱਬ ਨੂੰ ਸਲਾਹੀ ਜਾਂਦਾ ਹੈ, ਉਹ ਆਪਣੇ ਵਿੱਚੋਂ ਹਿਰਦੇ ਦਿਓ ਹਉਮੈ ਨੂੰ ਨਾਸ ਕਰ ਦਿੰਦਾ ਹੈ। ਸਾ ਧਨ ਨਾਵੈ ਬਾਹਰੀ ਅਵਗੁਣਵੰਤੀ ਰੋਏ। ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਨਾਮ ਤੋਂ ਬਾਹਰੀ ਹੈ, ਬਗੈਰ ਹੈ, ਸਖਣੀ ਹੈ, ਉਹ ਅਵਗੁਣਾਂ ਨਾਲ ਭਰ ਜਾਂਦੀ ਹੈ ਤੇ ਫਿਰ ਉਹ ਬੈਠੀ ਰੋਂਦੀ ਹੈ। ਸੋ ਇਸ ਪ੍ਰਕਾਰ ਦੁੱਖ ਦੇ ਸਹਿਤ ਹੋ ਕੇ ਉਹ ਰੋਂਦੀ ਕਰਲਾਉਂਦੀ ਰਹਿੰਦੀ ਹੈ, ਭਾਵ ਦੁੱਖਾਂ 'ਚੋਂ ਛੁਟਕਾਰਾ ਨਹੀਂ ਉਹਦਾ ਹੁੰਦਾ। ਸੱਚ ਸਲਾਹੀ ਸੱਚ ਲੱਗਾ, ਸੱਚੈ ਨਾਏ ਤ੍ਰਿਪਤ ਹੋਏ। ਮੈਂ ਤਾਂ ਭਾਈ ਸੱਚ ਨੂੰ ਹੀ ਸਲਾਹਾਂਗਾ, ਸੱਚ ਦੇ ਨਾਲ ਹੀ ਲੱਗਾ ਰਹਾਂਗਾ ਤੇ ਸੱਚੇ ਨਾਮ ਦੁਆਰਾ ਹੀ ਮੇਰੇ ਮਨ ਦੀ ਇੰਦਰੀਆਂ ਦੀ ਤ੍ਰਿਪਤੀ ਹੋ ਸਕਦੀ ਹੈ। ਤ੍ਰਿਪਤ ਦਾ ਮਤਲਬ ਹੈ ਰੱਜ ਜਾਣਾ। ਸੱਚੇ ਨਾਮ ਦੁਆਰਾ ਹੀ ਸੰਤੋਖ ਆ ਸਕਦਾ ਹੈ, ਕਿਉਂਕਿ ਹਜ਼ੂਰ ਨੇ ਕਿਹਾ ਹੋਰ ਕਿਸੇ ਕਾਰਜ ਨਾਲ ਸੰਤੋਖ ਨਹੀਂ ਆਉਂਦਾ। ਸੰਤੋਖ ਨਾ ਆਵਤ ਕਹੂੰ ਕਾਜ, ਧੂਮ ਬਾਦਰ ਸਭ ਮਾਇਆ ਸਾਜ। ਸੋ ਇਸ ਪ੍ਰਕਾਰ ਸਾਰਾ ਜਿਹੜਾ ਸਮੱਗਰੀ ਹੈ ਪਰਮੇਸ਼ਰ ਦੀ ਰਚੀ ਹੋਈ, ਇਹ ਧੂਏ ਦੇ ਬਦਲਾਂ ਵਾਂਗ ਹੈ। ਸੋ ਇਸ ਵਾਸਤੇ ਤ੍ਰਿਪਤੀ ਤਾਂ ਵਾਹਿਗੁਰੂ ਦੇ ਸੱਚੇ ਨਾਮ ਦੁਆਰਾ ਹੀ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਇਸ ਕਰਕੇ ਸੱਚੇ ਨਾਮ ਦੁਆਰਾ ਹੀ ਤ੍ਰਿਪਤੀ ਆ ਜਾਂਦੀ ਹੈ, ਸੰਤੋਖ ਪੈਦਾ ਹੋ ਜਾਂਦਾ ਹੈ। ਗੁਣ ਵਿਚਾਰੀ ਗੁਣ ਸੰਗ੍ਰਹ, ਅਵਗੁਣ ਕੱਢਾ ਧੋਏ। ਮੇਰੀ ਇੱਛਾ ਹੈ ਕਿ ਮੈਂ ਵਾਹਿਗੁਰੂ ਦੇ ਗੁਣਾਂ ਨੂੰ ਵਿਚਾਰਦਾ ਰਹਾਂ ਤੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਜਿਹੜੇ ਗੁਣ ਹਨ ਜਾਂ ਰੱਬ ਦੇ ਗੁਣ ਗਾਉਣੇ, ਇਸ ਦਾਤ ਨੂੰ ਮੈਂ ਸੰਗ੍ਰਹਿ ਇਕੱਠਾ ਕਰਾਂ ਆਪਣੇ ਹਿਰਦੇ ਅੰਦਰ, ਅਵਗੁਣ ਕੱਢਾ ਧੋਏ। ਤੇ ਇਸ ਪ੍ਰਕਾਰ ਵਾਹਿਗੁਰੂ ਦੇ ਗੁਣ ਗਾਉਣ ਦੀ ਬਦੌਲਤ, ਗੁਣਾਂ ਨੂੰ ਵਿਚਾਰਨ ਦੀ ਬਦੌਲਤ ਤੇ ਗੁਣ ਹਿਰਦੇ 'ਚ ਧਾਰਨ ਕਰਨ ਕਰਕੇ ਇਸ ਤਰ੍ਹਾਂ ਮੈਂ ਆਪਣੇ ਜਿਹੜੇ ਅਵਗੁਣ ਹਨ ਧੋ ਕੇ ਕੱਢਦੇ ਹਾਂ ਆਪਣੇ ਅੰਦਰੋਂ ਬਾਹਰ। ਇਹ ਮੇਰੀ ਇੱਛਾ ਹੈ
ਇਸ ਪ੍ਰਕਾਰ ਸਾਨੂੰ ਸਿੱਖਿਆ ਦਿੰਦੇ ਹੋਏ ਹਜ਼ੂਰ ਕਹਿ ਰਹੇ ਨੇ ਵੀ ਇਸ ਤਰ੍ਹਾਂ ਔਗੁਣਾਂ ਨੂੰ ਗੁਣਾ ਕੀ ਰਾਸ ਸੰਗ੍ਰਹਿ ਅਵਗੁਣ ਕੱਢੈ ਵਿਡਾਰ। ਸੋ ਇਸ ਤਰ੍ਹਾਂ ਔਗੁਣਾਂ ਨੂੰ ਮਾਰ ਕੇ ਭਜਾ ਦੇ ਅੰਦਰੋਂ, ਤੇ ਫਿਰ ਹੀ ਵਾਹਿਗੁਰੂ ਦੇ ਨਾਲ ਮਿਲਿਆ ਜਾ ਸਕਦਾ। ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ। ਹਜ਼ੂਰ ਕਹਿੰਦੇ ਨੇ ਆਪ ਹੀ ਬਖਸ਼ਿਸ਼ ਕਰਕੇ ਗੁਰਾਂ ਦੇ ਨਾਲ ਮਿਲਦਾ, ਆਪ ਹੀ ਬਖਸ਼ਿਸ਼ ਕਰਕੇ ਸਤਸੰਗਤ ਵਿੱਚ ਮੇਲ ਕੇ ਫਿਰ ਆਪਣੇ ਨਾਲ ਮਿਲਾਉਂਦਾ ਹੈ ਵਾਹਿਗੁਰੂ। ਤੇ ਜਿਹਨੂੰ ਆਪਣੇ ਮੇਲ ਵਿੱਚ ਮਿਲਾ ਲੈਂਦਾ ਫਿਰ ਉਹਦਾ ਕਦੇ ਵਿਛੋੜਾ ਨਹੀਂ ਹੁੰਦਾ। ਸੋ ਇਸ ਪ੍ਰਕਾਰ ਜਿਹੜੇ ਇੱਕ ਵਾਰੀ ਮਿਲ ਪਏ ਵਾਹਿਗੁਰੂ ਨੂੰ ਫਿਰ ਕਦੇ ਵੀ ਉਹ ਵਿਛੜਦੇ ਨਹੀਂ ਹਨ। ਭਾਵੇਂ ਸਰੀਰ ਧਾਰ ਕੇ ਫਿਰ ਆਉਣ ਦੁਨੀਆ ਤੇ, ਪਰ ਮਿਲੇ ਹੋਏ ਹੋਣਗੇ ਪਰ ਅੰਦਰੋਂ ਪ੍ਰਮਾਤਮਾ ਨਾਲ। ਉਹਨਾਂ ਦਾ ਵਿਛੋੜਾ ਨਹੀਂ ਪਵੇਗਾ, ਵਿਥ ਨਹੀਂ ਪਵੇਗੀ। ਨਾਨਕ ਗੁਰ ਸਾਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਆਪਣੇ ਸਤਿਗੁਰੂ ਅੰਗਦ ਦੇਵ ਮਹਾਰਾਜ ਨੂੰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਹੀ ਸਲਾਹਾਂਗਾ, ਆਪਣੇ ਸਤਿਗੁਰਾਂ ਨੂੰ, ਜਿਨ੍ਹਾਂ ਸਤਿਗੁਰਾਂ ਤੋਂ ਜਿੱਦੂ, ਜਿਨ੍ਹਾਂ ਸਤਿਗੁਰਾਂ ਦੁਆਰਾ ਮੈਂ ਪਾ ਲੈਂਦਾ ਹਾਂ ਪ੍ਰਭੂ ਪਰਮਾਤਮਾ ਨੂੰ। ਉਹ ਜਿਹੜਾ ਸ੍ਰਿਸ਼ਟੀ ਰਚਣ ਵਾਲਾ ਪਰਮਾਤਮਾ, ਜਿਸ ਕਰਕੇ ਮੈਂ ਉਸ ਪਰਮਾਤਮਾ ਨੂੰ ਪਾਈ ਪ੍ਰਾਪਤ ਕਰ ਲਿਆ ਹੈ, ਪ੍ਰਾਪਤ ਕਰਦਾ ਹਾਂ, ਉਸ ਗੁਰੂ ਨੂੰ ਸਲਾਹਾਂਗਾ ਜਿਨ੍ਹਾਂ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਹਨ। ਸੁਣ ਸੁਣ ਕਾਮ ਗਹੇਲੀਏ ਕਿਆ ਚੱਲਹਿ ਬਾਂਹ ਲੁਡਾਏ। ਮਹਾਰਾਜ ਸਾਨੂੰ ਸੰਸਾਰੀਆਂ ਨੂੰ ਕਹਿ ਰਹੇ ਨੇ ਕਾਮ ਗਹੇਲੀਏ ਦਾ ਮਤਲਬ ਹੈ ਕਾਮ ਵਿੱਚ ਫਸੀ ਹੋਈ ਜੀਵ ਰੂਪ ਇਸਤਰੀਏ। ਸੁਣ ਕੰਨ ਦੇ ਕੇ ਧਿਆਨ ਦੇ ਨਾਲ ਸੁਣ ਉਪਦੇਸ਼ ਨੂੰ। ਤੂੰ ਤਾਂ ਬੇਪਰਵਾਹ ਹੋ ਰਹੀ ਹੈ ਨਾ, ਕੀ ਤੁਰੀ ਫਿਰਦੀ ਹੈ ਬਾਹਾਂ ਹਲਾਰ ਹਲਾਰ ਕੇ। ਸੋ ਇਸ ਪ੍ਰਕਾਰ ਆਪਣੀ ਮਸਤੀ ਦੇ ਅੰਦਰ ਬਾਹਾਂ ਹਲਾਰ ਹਲਾਰ ਕੇ ਜਿਹੜਾ ਤੁਰਨਾ, ਇਹਨੂੰ ਕਹਿੰਦੇ ਨੇ ਲੁਡਾਉਣਾ, ਬਾਹਾਂ ਦਾ ਲੁਡਾਉਣਾ, ਘੁਮਾਉਣਾ ਬਾਹਾਂ ਦਾ, ਹਲਾਰੇ ਮਾਰਨੇ। ਸੋ ਇਸ ਪ੍ਰਕਾਰ ਕਾਮਨਾ ਦੇ ਵਿੱਚ ਜਿਹੜੀ ਸੰਸਾਰ ਦੀਆਂ ਵਾਸ਼ਨਾਵਾਂ, ਕਾਮਨਾਵਾਂ ਹਨ, ਇੱਛਾਵਾਂ ਹਨ, ਇਹਨਾਂ ਵਿੱਚ ਗਹੇਲੀਏ ਫਸੀਏ ਹੋਈਏ ਜੀਵ ਰੂਪ ਇਸਤਰੀਏ। ਸੁਣ ਸਾਡਾ ਉਪਦੇਸ਼, ਸੁਣੋ ਮਨਾ ਕਿਆ ਚੱਲਾ ਹੈ ਬਾਂਹ ਲੁਡਾਏ। ਕੀ ਬਾਹਾਂ ਹਲਾਰ ਹਲਾਰ ਕੇ ਤੁਰੇ ਫਿਰਦਾ ਸੰਸਾਰ ਦੇ ਅੰਦਰ। ਆਪਣਾ ਪਿਰ ਨਾ ਪਛਾਣ ਹੀ ਕਿਆ ਮੋਹ ਦਿਸਹਿ ਜਾਏ। ਇਸਤਰੀ ਦੇ ਰੂਪਕ ਅਲੰਕਾਰ ਵਿੱਚ ਸਤਿਗੁਰੂ ਬਚਨ ਕਰ ਰਹੇ ਨੇ ਕਿ ਆ ਜੀਵ ਰੂਪ ਇਸਤਰੀਏ, ਆਪਣੇ ਪਿਰ ਪਤੀ ਨੂੰ ਤਾਂ ਤੂੰ ਪਛਾਣ ਨਹੀਂ ਸਕੀ ਹੈ, ਤੇ ਜੇ ਤੂੰ ਨਾ ਪਛਾਣ ਸਕੀ ਤੇ ਕਿਆ ਮੋਹ ਦਿਸਹਿ ਜਾਏ। ਅੱਗੇ ਸਹੁਰੇ ਘਰ ਪ੍ਰਲੋਕ ਵਿੱਚ ਜਾ ਕੇ ਕੀ ਮੂੰਹ ਦੇਵੇਂਗੀ, ਜਾ ਕੇ ਕਿਹੜਾ ਮੂੰਹ ਲੈ ਕੇ ਜਾਏਂਗੀ, ਕੀ ਮੂੰਹ ਵਿਖਾਏਂਗੀ। ਸ਼ਰਮਸ਼ਾਰ ਹੋਣਾ ਪਵੇਗਾ, ਸ਼ਰਮਿੰਦਗੀ ਮਹਿਸੂਸ ਹੋਵੇਗੀ, ਆਦਰ ਨਹੀਂ ਮਿਲੇਗਾ, ਅਪਜਸ ਹੋਵੇਗਾ। ਇਸ ਕਰਕੇ ਕਾਮਨਾ ਵਿੱਚ ਗਰਸੀ ਹੋਈ ਜੀਵ ਰੂਪ ਇਸਤਰੀਏ, ਪਰਮਾਤਮਾ ਨੂੰ ਭੁਲਾ ਕੇ ਗਾਫਲਤਾ ਦੀ ਨੀਂਦ ਸੁੱਤੀਏ ਹੋਈਏ, ਕੀ ਬਾਹਾਂ ਹਲਾਰ ਹਲਾਰ ਕੇ ਤੁਰੀ ਫਿਰਦੀ ਹੈ, ਬੇਪਰਵਾਹ ਹੋ ਕੇ ਤੁਰਿਆ ਫਿਰਦਾ ਹੈ ਜੀਵ। ਜਿਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੋ ਪਾਏ। ਜਿਨ੍ਹਾਂ ਸਖੀਆਂ ਨੇ, ਭਾਵ ਜਿਹੜੇ ਮਹਾਤਮਾ ਹਨ ਸੰਤ ਰੂਪ, ਉਹਨਾਂ ਮਹਾਤਮਾ ਰੂਪ ਸਖੀਆਂ ਨੇ ਜਿਨ੍ਹਾਂ ਨੇ ਕੰਤ ਪਰਮਾਤਮਾ ਪਤੀ ਅਕਾਲ ਪੁਰਖ ਨੂੰ ਪਛਾਣ ਲਿਆ ਹੈ। ਹਉ ਤਿਨ ਕੈ ਲਾਗੋਂ ਪਾਏ। ਮੇਰੀ ਇੱਛਾ ਵੀ ਮੈਂ ਉਹਨਾਂ ਦੇ ਪੈਰੀਂ ਜਾ ਕੇ ਲੱਗਾ, ਉਹਨਾਂ ਦੇ ਪੈਰ ਪਕੜ ਲਵਾਂ। ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ। ਇਹੀ ਮਾਰਗ ਹੈ। ਜਿਹੜੇ ਸ਼ਰਾਬੀਆਂ, ਕਬਾਬੀਆਂ, ਜਵਾਰੀਆਂ, ਚੋਰਾਂ, ਵਕਾਰੀਆਂ ਦੀ ਸੰਗਤ ਵਿੱਚ ਮਿਲਣਗੇ, ਉੱਥੋਂ ਹੀ ਕੁਝ ਪੱਲੇ ਪਵੇਗਾ। ਤੇ ਜਿਹੜੇ ਰੱਬ ਦੇ ਪਿਆਰੇ ਹਨ, ਪ੍ਰਮਾਤਮਾ 'ਚ ਮਿਲੇ ਹੋਏ, ਐਸੇ ਕਿਤੇ ਵੱਡਿਆਂ ਭਾਗਾਂ ਨਾਲ ਮਿਲ ਜਾਣ ਤੇ ਫਿਰ ਉਹਨਾਂ ਵਰਗੇ ਬਣ ਜਾਈਦਾ। ਸੋ ਇਸ ਤਰ੍ਹਾਂ ਉਹਨਾਂ ਤੋਂ ਚੰਗੀ ਸਿੱਖਿਆ, ਚੰਗੀ ਪ੍ਰੇਰਨਾ, ਉਹਨਾਂ ਦੇ ਦਰਸ਼ਨਾਂ ਦਾ ਪ੍ਰਭਾਵ, ਉਹਨਾਂ ਦੀ ਸੰਗਤ ਕਰਕੇ ਆਪਣੇ ਮਨ ਦੇ ਉੱਪਰ ਵੀ ਚੰਗਾ ਅਸਰ ਪੈਂਦਾ ਹੈ। ਇਸ ਕਰਕੇ ਇਹ ਨਿਮਰਤਾ ਹੈ। ਜਿਵੇਂ ਬਚਨ ਹਨ, ਤੈਂ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਜਾਂ ਬਚਨ ਹਨ, ਆਵੈ ਸਾਹਿਬ ਚਿਤਰਿਆ ਭਗਤਾਂ ਡਿਠਿਆ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ। ਉਹਨਾਂ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਵਸਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ। ਸਾਹਿਬ ਅਕਾਲ ਪੁਰਖ ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਬਚਨ ਸੁਣ ਕੇ ਚੇਤੇ ਆਉਣ ਲੱਗ ਜਾਂਦਾ। ਇਸ ਕਰਕੇ ਕਹਿੰਦੇ ਤਿਨ ਹੀ ਜੈਸੀ ਥੀ ਰਹਾ, ਮੈਂ ਵੀ ਫਿਰ ਉਹਨਾਂ ਵਰਗੀ ਬਣ ਜਾਵਾਂਗੀ। ਸਤ ਸੰਗਤ ਮੇਲ ਮਿਲਾਏ। ਸਤ ਸੰਗਤ ਦੇ ਮੇਲ ਵਿੱਚ ਮਿਲ ਕੇ ਤੇ ਮੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣਗੇ ਉਹ ਗੁਰਮੁਖ ਪਿਆਰੇ। ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਨਾਲ ਮਿਲਾਉਣ ਵਾਲੀ ਸਾਧੂਆਂ ਜਨਾਂ ਦੀ ਸੰਗਤ ਹੀ ਹੈ। ਮੁੰਦੇ ਕੂੜ ਮੁੱਠੀ ਕੂੜਿਆਰ ਮੁੰਦ ਅਗਿਆਤ ਜੋਬਨ ਜਾਂ ਅਲੜ। ਨੌਜਵਾਨ ਲੜਕੀ, ਹੇ ਮੁੰਦੇ, ਹੇ ਅਗਿਆਤ ਜੋਬਨ, ਹੇ ਅਲੜੇ ਬਸਮਝੇ,
ਤੂੰ ਕੂੜ ਵਿੱਚ ਮੁੱਠੀ ਲੁੱਟੀ ਗਈ ਹੈ, ਝੂਠ ਵਿੱਚ ਲੁੱਟੀ ਹੋਈ ਤੇ ਕੂੜਿਆਰ ਝੂਠ ਦਾ ਰੂਪ ਬਣ ਗਈ ਹੈ। ਝੂਠ ਵਾਲੀ ਹੈ, ਝੂਠ ਦੀ ਧਾਰਨੀ ਬਣ ਚੁੱਕੀ ਹੈ। ਸੰਸਾਰ ਝੂਠਾ ਨਾ, ਸੋ ਇਸ ਪ੍ਰਕਾਰ ਜਿਹੜਾ ਸੰਸਾਰ ਵਿੱਚ ਰੰਗਿਆ ਹੋਇਆ ਉਹ ਝੂਠ ਦਾ ਧਾਰਨੀ ਹੈ। ਸੋ ਝੂਠਾ ਜੋ ਝੂਠਾ ਲੱਗ ਗਿਆ। ਸੋ ਇਸ ਪ੍ਰਕਾਰ ਜਿਹੜਾ ਝੂਠ ਦੇ ਵਿੱਚ ਲੱਗਾ ਜੁੜਿਆ ਹੋਇਆ ਉਹ ਝੂਠਾ ਹੀ ਹੈ। ਸੋ ਇਸ ਕਰਕੇ ਹਜ਼ੂਰ ਕਹਿੰਦੇ ਨੇ ਤੂੰ ਜਿਹੜਾ ਝੂਠਾ ਸੰਸਾਰ ਹੈ ਇਹਦੇ 'ਚ ਝੂਠ 'ਚ ਲੱਗੀ ਹੋਈ ਮੁੱਠੀ ਲੁੱਟੀ ਜਾ ਚੁੱਕੀ ਹੈ ਤੇ ਇਹ ਝੂਠ ਦਾ ਰੂਪ ਬਣ ਗਈ ਹੈ। ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ। ਫਿਰ ਪਤੀ ਪ੍ਰਭੂ ਅਕਾਲ ਪੁਰਖ ਸੱਚ ਸਰੂਪ ਹੈ ਔਰ ਸੋਹਣਾ ਸੁੰਦਰ ਸਰੂਪ ਹੈ। ਜਿਵੇਂ ਬਚਨ ਹਨ ਕਿ ਸੋਹਣੇ ਨੱਕ ਜਨ ਲੰਮੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਵਾਹਿਗੁਰੂ ਦੇ ਸਰੂਪ ਬਾਰੇ ਬਚਨ ਕੀਤੇ ਆ। ਸੋ ਇਸ ਪ੍ਰਕਾਰ ਅਕਾਲ ਪੁਰਖ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਹੈ, ਬਹੁਤ ਹੀ ਸੁੰਦਰ ਸਰੂਪ ਹੈ। ਔਰ ਜਦੋਂ ਦਰਸ਼ਨ ਕੀਤਾ ਤੇ ਮਨ ਮੋਹਿਆ ਗਿਆ, ਕਹਿੰਦੇ ਹੋਰ ਕਿਸੇ ਨੂੰ ਵੇਖਣ ਨੂੰ ਜੀ ਨਹੀਂ ਕਰਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਫਿਰ ਪ੍ਰਮਾਤਮਾ ਪਤੀ ਸੱਚਾ ਤੇ ਸੋਹਣਾ ਸੁੰਦਰ ਸਰੂਪ ਹੈ। ਪਰ ਕਿਵੇਂ ਪ੍ਰਾਪਤ ਹੁੰਦਾ ਜੀ? ਪਾਈਐ ਗੁਰ ਵਿਚਾਰ। ਗੁਰਾਂ ਦੀ ਦੱਸੀ ਵਿਚਾਰ ਦੁਆਰਾ ਹੀ ਵਾਹਿਗੁਰੂ ਸੋਹਣੇ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਤੇ ਇਸ ਤਰ੍ਹਾਂ ਸਤਿਗੁਰਾਂ ਦੀ ਵਿਚਾਰਤਾ ਸੱਚ ਦੀ ਹੈ। ਤੇ ਜਿਹੜਾ ਜੀਵ ਝੂਠ ਵਿੱਚ ਰੰਗਿਆ ਹੋਇਆ ਉਹ ਕਿਵੇਂ ਵਾਹਿਗੁਰੂ ਨੂੰ ਪ੍ਰਾਪਤ ਕਰ ਲਵੇਗਾ? ਰਹਾਓ ਮਨਮੁਖ ਕੰਤ ਨਾ ਪਛਾਣ। ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਜੀਵ ਹੈ, ਜੀਵ ਇਸਤਰੀ ਹੈ, ਉਹ ਕੰਤ ਪ੍ਰਮਾਤਮਾ ਪਤੀ ਨੂੰ ਕਦੇ ਵੀ ਨਹੀਂ ਪਛਾਣ ਸਕਦੀ। ਤਿੰਨ ਕਿਉਂ ਰਹਿਣ ਵਿਹਾਏ। ਜਿਵੇਂ ਫਰੀਦ ਜੀ ਨੇ ਕਿਹਾ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਜਿਹੜੀਆਂ ਦੁਹਾਗਣੀਆਂ ਹਨ, ਦੁਹਾਗਣਾ ਛੁੱਟਣਾ, ਉਹਨੂੰ ਜਾ ਕੇ ਪੁੱਛੋ ਤੁਹਾਡੀ ਰਾਤ ਕਿਵੇਂ ਗੁਜ਼ਰਦੀ ਹੈ। ਮੈਨੂੰ ਤਾਂ ਅੱਜ ਪ੍ਰਮਾਤਮਾ ਦੀ ਯਾਦ 'ਚ ਨਹੀਂ ਜੁੜਿਆ ਗਿਆ ਤਾਂ ਅੰਗ ਦੁਖਣੇ ਆ ਗਏ ਆ। ਇਸ ਪ੍ਰਕਾਰ ਮਨ ਦੇ ਪਿੱਛੇ ਲੱਗਣ ਵਾਲੀਆਂ ਜੀਵ ਰੂਪ ਇਸਤਰੀਆਂ ਕੰਤ ਪ੍ਰਮਾਤਮਾ ਪਤੀ ਨੂੰ ਪਛਾਣ ਨਹੀਂ ਸਕਦੀਆਂ। ਉਹਨਾਂ ਦੀ ਕਿਸ ਤਰ੍ਹਾਂ ਰਾਤ ਗੁਜ਼ਰ ਸਕਦੀ ਹੈ ਸੌਖੀ? ਜਿਹੜੀ ਉਮਰ ਰੂਪੀ ਰਾਤ ਹੈ ਉਹ ਕਿਸ ਤਰ੍ਹਾਂ ਬਤੀਤ ਕਰਦੀਆਂ ਹੋਣਗੀਆਂ? ਗਰਭ ਅੱਟੀਆਂ ਤ੍ਰਿਸ਼ਨਾ ਜਲ ਹੈ, ਦੁੱਖ ਪਾਵ ਹੈ ਦੂਜੈ ਪਾਏ। ਗਰਭ ਦਾ ਅਰਥ ਹੈ ਹੰਕਾਰ। ਅੱਟੀਆਂ ਮੈਨੇ ਭਰੀਆਂ ਹੋਈਆਂ, ਨਕਾ ਨਕ ਭਰੀਆਂ ਹੋਈਆਂ ਗਰਭ ਹੰਕਾਰ ਦੇ ਵਿੱਚ। ਤੇ ਤ੍ਰਿਸ਼ਨਾ ਉਹਨਾਂ ਨੂੰ ਦੇ ਵਿੱਚ ਜਲਦੀਆਂ ਪਈਆਂ। ਤ੍ਰਿਸ਼ਨਾ ਅੱਗ ਦੀ ਨਿਆਈ ਹੈ ਨਾ। ਸੋ ਇਸ ਪ੍ਰਕਾਰ ਜਿਵੇਂ ਮਾਤਾ ਦੇ ਗਰਭ ਦੀ ਅੱਗ ਸਾੜਦੀ, ਇਸੇ ਤਰ੍ਹਾਂ ਮਾਤ ਲੋਕ ਦੇ ਉੱਤੇ ਤ੍ਰਿਸ਼ਨਾ ਰੂਪੀ ਅੱਗ ਸਾੜਦੀ ਹੈ ਸਾਨੂੰ। ਤੇ ਇੱਕ ਤਾਂ ਗਰਭ ਹੰਕਾਰ ਦੇ ਨਾਲ ਨਕੋ ਨਕ ਭਰੀਆਂ ਹੋਈਆਂ ਹਨ, ਅੱਟੀਆਂ ਪਈਆਂ ਹਨ ਤੇ ਤ੍ਰਿਸ਼ਨਾ ਵਿੱਚ ਸੜਦੀਆਂ ਪਈਆਂ। ਦੁੱਖ ਪਾਵ ਹੈ ਦੂਜਾ ਭਾਏ। ਤੇ ਜਿਹੜਾ ਦੁਐਤ ਭਾਅ ਹੈ ਨਾ, ਸੰਸਾਰ ਦਾ ਖੋਟਾ ਪ੍ਰੇਮ ਲਗਾਓ, ਇਹਦਾ ਕਰਕੇ ਉਹ ਬਹੁਤ ਵੱਡਾ ਦੁੱਖ ਪ੍ਰਾਪਤ ਕਰਦੀਆਂ ਹਨ। ਸ਼ਬਦ ਰੱਤੀ ਆ ਸੁਹਾਗਣੀ ਤਿਨ ਵਿੱਚੋਂ ਹੋ ਮੈਂ ਜਾਏ। ਜਿਹੜੀਆਂ ਗੁਰਾਂ ਦੇ ਸ਼ਬਦ ਦੁਆਰਾ ਰੰਗੀਆਂ ਗਈਆਂ ਹਨ, ਸ਼ਬਦ ਵਿੱਚ ਰਤੀਆਂ ਹੋਈਆਂ, ਸ਼ਬਦ ਦੁਆਰਾ ਨਾਮ ਵਿੱਚ ਵਾਹਿਗੁਰੂ ਦੇ ਸਰੂਪ ਵਿੱਚ ਰਤੀਆਂ ਹੋਈਆਂ, ਉਹ ਸੁਹਾਗਣੀ ਇਸਤਰੀ ਦੀ ਨਿਆਈ ਹਨ। ਜਿਹੜੀ ਸ਼ਬਦ ਵਿੱਚ ਰਤੀ ਹੋਈ ਹੈ ਉਹ ਸੁਹਾਗਣੀ ਹੈ। ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰਿਆ ਨਾ ਜਾਏ। ਤੇ ਇੱਕ ਤਾਂ ਸੰਸਾਰੀ ਪਤੀ ਹੁੰਦਾ ਨਾ, ਉਹ ਤਾਂ ਵਿਛੋੜਾ ਪੈ ਜਾਏਗਾ। ਪਰ ਜਿਹਨੇ ਵਾਹਿਗੁਰੂ ਨੂੰ ਆਪਣਾ ਪਤੀ ਬਣਾ ਲਿਆ, ਜਿਸ ਜੀਵ ਨੇ, ਉਹ ਸਦਾ ਦੀ ਸੁਹਾਗਣੀ ਜਿਵੇਂ ਹੁੰਦੀ ਹੈ ਪਤਨੀ, ਇਸ ਤਰ੍ਹਾਂ ਦਾ ਉਹ ਬਣ ਗਿਆ, ਕਦੇ ਵੀ ਉਹਦਾ ਵਿਛੋੜਾ ਨਹੀਂ ਪੈਣਾ। ਤਿੰਨ ਵਿੱਚੋਂ ਹੋਮੈ ਜਾਏ। ਉਹਨਾਂ ਸੁਹਾਗਣੀ ਇਸਤਰੀਆਂ ਦੀ ਨਿਆਈ ਜਿਹੜੀ ਗੁਰਮੁਖ ਹੈ ਇਸਤਰੀ ਸ਼ਬਦ ਵਿੱਚ ਰੰਗੀ ਹੋਈ, ਉਹਨੇ ਵਿੱਚੋਂ ਹੋਮੈ ਜਾਏ। ਉਹਦੇ ਹਿਰਦੇ ਅੰਦਰੋਂ ਹੰਗਤਾ ਜਿਹੜੀ ਆ, ਹਾਂ ਤੇ ਮੈਂ ਮੇਰਾ, ਹਾਂ ਮੈਂ ਵੱਡਾ, ਆਹ ਚੀਜ਼ ਮੇਰੀ, ਇਹ ਹੰਗਤਾ ਮਮਤਾ ਉਹਦੇ ਅੰਦਰੋਂ ਚਲੀ ਜਾਂਦੀ ਹੈ। ਸਦਾ ਪਿਰ ਰਾਵ ਹੈ ਆਪਣਾ। ਉਹ ਸਦਾ ਆਪਣੇ ਪਿਰ ਪਤੀ ਦੇ ਮਿਲਾਪ ਦੇ ਆਨੰਦ ਨੂੰ ਮਾਣਦੀਆਂ ਹਨ। ਤਿਨਾ ਸੁਖੇ ਸੁਖ ਵਿਹਾਏ। ਉਹਨਾਂ ਸੁਖ ਦੇ ਵਿੱਚ ਹੀ ਸੁਖ ਦੇ ਵਿੱਚ ਵਸਦੀਆਂ ਹੋਈਆਂ ਨੇ। ਵਿਹਾਏ ਉਮਰ ਗੁਜ਼ਾਰਨੀ ਹੈ। ਰਾਤ ਤੇ ਮਨੁੱਖਾ ਦੇਹ ਦੀ ਜਿਹੜੀ ਉਮਰ ਹੈ ਇਹ ਇੱਕ ਰਾਤ ਆ ਕਹਿੰਦੇ। ਇਸ ਤਰ੍ਹਾਂ ਸੁਖ ਪੂਰਵਕ ਹੋ ਕੇ ਸੁਖ ਦੇ ਵਿੱਚ ਹੀ ਰਾਤ ਗੁਜ਼ਾਰਦੀਆਂ ਹਨ। ਗਿਆਨ ਵਿਹੂਣੀ ਪਿਰ ਮੁੱਤੀਆ। ਜਿਹੜੀ ਵਾਹਿਗੁਰੂ ਦੇ ਗਿਆਨ ਤੋਂ ਵਿਹੂਣੀ ਸਖਣੀ ਹੈ ਨਾ ਜੀਵ ਰੂਪ ਇਸਤਰੀ, ਉਹਨੂੰ ਪਿਰ ਪਤੀ ਪ੍ਰਮਾਤਮਾ ਨੇ ਮੁੱਤੀਆ ਮੈਨੇ ਛੁੱਟੜ ਕਰ ਦਿੱਤਾ ਹੈ। ਪਤੀ ਨੇ ਛੱਡ ਦਿੱਤਾ, ਉਹਨੂੰ ਤਿਆਗ ਦਿੱਤਾ ਹੈ। ਪਿਰਮ ਨਾ ਪਾਇਆ ਜਾਏ। ਪਿਰਮ ਦਾ ਅਰਥ ਹੈ ਪ੍ਰੇਮ। ਪ੍ਰਮਾਤਮਾ ਅਕਾਲ ਪੁਰਖ ਦਾ ਜਿਹੜਾ ਪ੍ਰੇਮ ਪਿਆਰ ਹੈ ਨਾ, ਉਹ ਨਹੀਂ ਉਹਦੇ ਕੋਲੋਂ ਪ੍ਰਾਪਤ ਕੀਤਾ ਜਾਂਦਾ। ਇਸ ਕਰਕੇ ਉਹਨੂੰ ਪ੍ਰਮਾਤਮਾ ਨੇ ਛੱਡ ਦਿੱਤਾ ਹੈ। ਅਗਿਆਨ ਮੱਤੀ ਅੰਧੇਰ ਹੈ, ਬਿਨ ਪਿਰ ਦੇਖੇ ਭੁੱਖ ਨਾ ਜਾਏ।
ਜਿਹੜੀ ਜੀਵ ਰੂਪ ਇਸਤਰੀ ਅਗਿਆਨ ਦੇ ਵਿੱਚ, ਬੇਸਮਝੀ ਦੇ ਵਿੱਚ ਮਸਤ ਹੋਈ ਹੈ। ਸੰਸਾਰ ਦੇ ਵਿੱਚ ਬਹੁਤੇ ਅਸੀਂ ਲੋਕ ਅਗਿਆਨੀ ਆ, ਅਗਿਆਨ ਵਿੱਚ ਤੇ ਮਸਤ ਹੋਏ ਆ। ਇਹੀ ਚੰਗਾ ਲੱਗਦਾ ਸਾਰਾ ਕੁਝ। ਹਾਲਾਂਕਿ ਪਤਾ ਵੀ ਆ ਵੀ ਸਾਰੇ ਜਾ ਰਹੇ ਇੱਥੋਂ, ਤੇ ਸਾਡੇ ਸੁਆਹਾਂ ਦਾ ਭਰੋਸਾ ਕੋਈ ਨਹੀਂ, ਕਿਹੜੇ ਵੇਲੇ ਸਾਹ ਮੁੱਕ ਜਾਣ। ਫਿਰ ਵੀ ਅਗਿਆਨ ਜਿਹੜਾ ਸੰਸਾਰ ਹੈ, ਅਗਿਆਨ ਰੂਪ, ਇਹਦੇ ਵਿੱਚ ਹੀ ਮਸਤ ਹੋਏ ਆ। ਅਗਿਆਨ ਵਿੱਚ ਮੱਤੀ ਮਸਤ ਹੋਈ ਜਿਹੜੀ ਜੀਵ ਰੂਪ ਇਸਤਰੀ ਹੈ, ਉਹਦੇ ਹਿਰਦੇ ਅੰਦਰ ਹਨੇਰ ਹੈ, ਬਸਮਝੀ ਹੈ, ਗਾੜਾ ਚੂਆ ਹਨੇਰਾ ਛਾਇਆ ਹੋਇਆ। ਬਿਨ ਪਿਰ ਦੇਖੇ ਭੁੱਖ ਨਾ ਜਾਏ, ਤੇ ਅੰਦਰ ਖਾਲੀ ਹੈ। ਫਿਰ ਪਰਮਾਤਮਾ ਦੇ ਦਰਸ਼ਨ ਕੀਤੇ ਤੋਂ ਬਗੈਰ ਭੁੱਖ ਜਾ ਨਹੀਂ ਸਕਦੀ। ਇਹ ਨਹੀਂ ਵੀ ਸਰੀਰਕ ਭੁੱਖ, ਸਰੀਰਕ ਪਦਾਰਥ ਖਾਣ ਨਾਲ ਤਾਂ ਭੁੱਖ ਮਿਟ ਜਾਂਦੀ ਹੈ ਨਾ ਕੁਝ ਸਮੇਂ ਲਈ, ਤੇ ਇੱਥੇ ਭੁੱਖ ਦਾ ਅਰਥ ਹੈ ਤ੍ਰਿਸ਼ਨਾ। ਜਿਹੜੀ ਅੰਦਰ ਤ੍ਰਿਸ਼ਨਾ ਭਾਂਬੜ ਬਣ ਰਿਹਾ ਨਾ, ਉਹ ਭੁੱਖ ਅੰਦਰੋਂ ਜਾਂਦੀ ਨਹੀਂ ਹੈ। ਆਵ ਹੋ ਮਿਲੋ ਸਹੇਲੀ ਹੋ, ਮੈਂ ਫਿਰ ਦੇ ਹੋ ਮਿਲਾਏ। ਹਜ਼ੂਰ ਕਹਿੰਦੇ ਨੇ ਆਪਣੇ ਮਨ ਨੂੰ ਇਸ ਤਰ੍ਹਾਂ ਤਿਆਰ ਕਰੋ ਤੇ ਲੱਭੋ ਰੱਬ ਦੇ ਪਿਆਰੇ ਜਿਹੜੇ ਸੰਤ ਨੇ, ਉਹਨਾਂ ਨੂੰ ਕਹੋ ਆਓ ਸਹੇਲੀਓ, ਆ ਕੇ ਮਿਲੋ ਮੈਨੂੰ, ਤੇ ਜਿਵੇਂ ਤੁਸੀਂ ਮਿਲੇ ਹੋ ਵਾਹਿਗੁਰੂ ਨਾਲ, ਮੈਂ ਫਿਰ ਦਿਓ ਹੋ ਮਿਲਾਏ। ਇਹ ਸਹੇਲੀਓ, ਇਸ ਤਰ੍ਹਾਂ ਮੈਨੂੰ ਵੀ ਫਿਰ ਪਤੀ ਪਰਮਾਤਮਾ ਨਾਲ ਮਿਲਾ ਦਿਓ। ਫਿਰ ਪੂਰਾ ਭਾਗ ਸਤਿਗੁਰ ਮਿਲਿਆ, ਫਿਰ ਪਾਇਆ ਸੱਚ ਸਮਾਏ। ਤਾਂ ਫਿਰ ਪੂਰਨ ਭਾਗਾਂ ਦੁਆਰਾ ਸੱਚਾ ਗੁਰੂ ਮਿਲਦਾ ਹੈ। ਉਹਨਾਂ ਰੱਬ ਦੇ ਪਿਆਰਿਆਂ ਤੋਂ ਇਹ ਪਤਾ ਲੱਗਦਾ ਹੈ ਵੀ ਸਤਿਗੁਰੂ ਨੂੰ ਮਿਲ ਕੇ ਹੀ ਗੱਲ ਬਣ ਸਕਦੀ ਹੈ। ਪੂਰਨ ਭਾਗ ਹੋਣਗੇ ਜਿਸ ਦੇ, ਤੇ ਉਹਨੂੰ ਸੱਚਾ ਗੁਰੂ ਮਿਲਦਾ ਹੈ। ਜਿਹਨੂੰ ਸਤਿਗੁਰੂ ਮਿਲ ਪਿਆ ਹੈ, ਫਿਰ ਪਾਇਆ ਸੱਚ ਸਮਾਏ। ਤਾਂ ਗੁਰੂ ਕੋਲੋਂ ਸੱਚ ਦਾ ਉਪਦੇਸ਼ ਮਿਲਿਆ, ਤੇ ਸੱਚ ਵਿੱਚ ਸਮਾ ਕੇ, ਸੱਚੇ ਨਾਮ ਵਿੱਚ ਸਮਾ ਕੇ, ਗੁਰਾਂ ਦੇ ਸ਼ਬਦ ਵਿੱਚ ਸਮਾ ਕੇ, ਫਿਰ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਹੈ ਉਸ ਨੂੰ ਪਾ ਲਿਆ ਹੈ। ਸੇ ਸਹੀਆਂ ਸੁਹਾਗਣੀ ਜਿਨ ਕਉ ਨਦਰ ਕਰੇ, ਜਿਨ੍ਹਾਂ ਦੇ ਉੱਪਰ ਮੇਰਾ ਵਾਹਿਗੁਰੂ ਪ੍ਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਮਿਹਰ ਦੀ ਨਜ਼ਰ ਕਰਦਾ ਹੈ, ਉਹ ਸਹੀਆਂ ਸਖੀਆਂ ਸੁਹਾਗਵੰਤੀਆਂ ਹਨ। ਖਸਮ ਪਛਾਣ ਹੈ ਆਪਣਾ, ਉਹ ਮਹਾਤਮਾ ਰੂਪ ਸਖੀਆਂ ਆਪਣੇ ਖਸਮ ਪ੍ਰਮਾਤਮਾ ਦੀ ਮਹਿਮਾ ਨੂੰ ਪਛਾਣ ਲੈਂਦੀਆਂ ਹਨ, ਤੇ ਤਨ ਮਨ ਆਗਿਆ ਦੇ। ਇਸ ਕਰਕੇ ਸਭ ਕੁਝ ਫਿੱਕਾ ਪ੍ਰਤੀਤ ਹੁੰਦਾ, ਆਪਣਾ ਤਨ ਵੀ ਤੇ ਮਨ ਵੀ ਵਾਹਿਗੁਰੂ ਦੇ ਅੱਗੇ ਰੱਖ ਦਿੰਦੀਆਂ, ਭੇਟਾ ਕਰ ਦਿੰਦੀਆਂ ਹਨ। ਉਹ ਮਹਾਤਮਾ ਰੂਪ ਸਖੀਆਂ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ। ਇਸ ਤਰ੍ਹਾਂ ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਰਾਹੀਂ ਆਪਣੀ ਹਉਮੈ ਦੂਰ ਕਰਕੇ, ਤੇ ਘਰ ਹਿਰਦੇ ਦੇ ਅੰਦਰ ਹੀ ਵਰ ਮੈਨੇ ਪਤੀ ਲਾੜਾ, ਉਹਨਾਂ ਨੇ ਆਪਣਾ ਪਤੀ ਪ੍ਰਮਾਤਮਾ ਪ੍ਰਾਪਤ ਕਰ ਲਿਆ ਹੈ। ਨਾਨਕ ਸੋਭਾਵੰਤੀ ਆ ਸੁਹਾਗਣੀ, ਅਨੰਦਨ ਭਗਤ ਕਰੇ। ਜਿਹੜੀ ਉਹ ਸੁਹਾਗਣੀ ਦੀ ਨਿਆਈ ਉਹ ਮਹਾਤਮਾ ਹੈ ਨਾ ਗੁਰਮੁਖ ਪਿਆਰਾ, ਉਹ ਸੋਭਾਵੰਤੀ ਆ, ਸੋਭਾ ਦੇ ਸਹਿਤ ਹੈ। ਉਹ ਅਨੰਦਨ ਭਗਤ ਕਰੇ, ਰਾਤ ਤੇ ਦਿਨ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕਰਦਾ ਹੈ ਜਾਂ ਕਰਦੇ ਹਨ। ਉਹ ਸੁਹਾਗਣੀਆਂ ਸੋਭਾਵੰਤੀਆਂ ਹਨ, ਸੋਭਾ ਵਾਲੀਆਂ ਹਨ, ਜੋ ਰਾਤ ਦਿਨ ਪਰਮੇਸ਼ਰ ਦੀ ਭਗਤੀ ਕਰਨ ਵਿੱਚ ਹੀ ਰੰਗੀਆਂ ਹੋਈਆਂ ਹਨ। ਸ੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਅਗਲਾ ਸ਼ਬਦ ਉਚਾਰਨ ਕਰਦੇ ਹਨ। ਇੱਕ ਪਿਰ ਰਾਵਹਿ ਆਪਣਾ, ਹਉ ਕੈਦਰ ਪੂਛੋਂ ਜਾਏ। ਇੱਕ ਕੱਕੇ ਨੂੰ ਸਿਹਾਰੀ ਆ, ਇੱਕ ਦਾ ਬਹੁਵਚਨ, ਯਾਨੀ ਕਈ ਜੀਵ ਰੂਪ ਇਸਤਰੀਆਂ ਐਸੀਆਂ ਹਨ ਜੋ ਆਪਣੇ ਪਤੀ ਪ੍ਰਮਾਤਮਾ ਅਕਾਲ ਪੁਰਖ ਨੂੰ ਰਾਵਹਿ ਮਾਣਦੀਆਂ ਹਨ, ਭਾਵ ਉਹਦੀ ਅਭੇਦਤਾ ਦੇ ਆਨੰਦ ਨੂੰ ਭੋਗਦੀਆਂ ਹਨ। ਹਉ ਕੈਦਰ ਪੂਛੋਂ ਜਾਏ, ਤੇ ਮੈਂ ਕਿਸ ਦੇ ਦਰ ਤੇ ਜਾ ਕੇ ਪੁੱਛਾਂ ਵੀ ਮੇਰੀ ਵੀ ਸਮਾਈ ਹੋ ਜੇ ਵਾਹਿਗੁਰੂ ਵਿੱਚ, ਮੇਰਾ ਵੀ ਮਿਲਾਪ ਹੋ ਜੇ ਵਾਹਿਗੁਰੂ ਪਤੀ ਪ੍ਰਮਾਤਮਾ ਵਿੱਚ। ਸਤਿਗੁਰ ਸੇਵੀ ਭਾਉ ਕਰ ਮੈਂ ਫਿਰ ਦੇਹੋ ਮਿਲਾਏ। ਤਾਂ ਫਿਰ ਇਹ ਸਮਝ ਆਈ ਕਿ ਜਿਵੇਂ ਉਹਨਾਂ ਨੇ ਪ੍ਰਾਪਤੀ ਕੀਤੀ ਹੈ, ਮੈਂ ਵੀ ਉਸ ਤਰ੍ਹਾਂ ਕਰਾਂ। ਫਿਰ ਇੱਛਾ ਜਗਿਆਸਾ ਜਾਗ ਪਈ ਵੀ ਸਤਿਗੁਰੂ ਮਹਾਰਾਜ ਦੀ ਮੈਂ ਸੇਵਾ ਕਰਾਂ ਭਾਵਨਾ ਕਰਕੇ। ਸਤਿਗੁਰੂ ਦੇ ਪ੍ਰਤੀ ਜਿਹੜੀ ਭਾਵਨਾ ਕਰਨੀ ਹੈ, ਤੇ ਇਸ ਦੁਆਰਾ ਫਿਰ ਸਤਿਗੁਰੂ ਦੀ ਸੇਵਾ ਕਰਨੀ ਹੈ, ਸਤਿਗੁਰੂ ਦੇ ਆਖੇ ਲੱਗਣਾ, ਸਤਿਗੁਰੂ ਦੇ ਅਨੁਸਾਰੀ ਹੋ ਕੇ ਚੱਲਣਾ, ਤੇ ਫਿਰ ਬੇਨਤੀ ਕਰਨੀ ਮੈਂ ਫਿਰ ਦਿਓ ਮਿਲਾਏ। ਫਿਰ ਬੇਨਤੀ ਕਰਾਂਗਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜੀ, ਮੈਨੂੰ ਜਿਹੜਾ ਪਿਰ ਪਤੀ ਹੈ ਨਾ ਪ੍ਰਮਾਤਮਾ, ਉਹ ਮਿਲਾ ਦਿਓ। ਸਭ ਉਪਾਏ ਆਪੇ ਵੇਖੈ, ਕਿਸ ਨੇੜੇ ਕਿਸ ਦੂਰ। ਸਾਰੇ ਜਿਹੜੇ ਪੈਦਾ ਕੀਤੇ ਹੋਏ ਜੀਵ ਹਨ, ਉਹਨਾਂ ਸਭਨਾਂ ਵੱਲ ਪ੍ਰਮਾਤਮਾ ਆਪ ਹੀ ਵੇਖਦਾ ਹੈ, ਭਾਵ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਕਿਸ ਤੋਂ ਨੇੜੇ ਤੇ ਕਿਸ ਤੋਂ ਦੂਰ ਹੈ, ਭਾਵ ਇੱਕ ਰਸ ਸਮਾਨ ਸਾਰਿਆਂ ਦੇ ਅੰਦਰ ਹੀ ਵਾਹਿਗੁਰੂ ਜੀ ਤਾਂ ਸਮਾਏ ਹੋਏ ਨੇ। ਤੇ ਪਰ ਇਕ ਨਾ ਪ੍ਰਭ ਦੂਰ ਵਸੈ, ਇਕ ਨਾ ਮਨ ਆਧਾਰੋ ਰਾਮ।
ਸੋ ਇਸ ਤਰ੍ਹਾਂ ਕਿਸੇ ਦੇ ਤਾਂ ਨੇੜੇ ਆ ਉਹਦੇ ਸ਼ੁਭ ਗੁਣਾ ਕਰਕੇ, ਬੰਦਗੀ ਕਰਨ ਕਰਕੇ, ਪ੍ਰੇਮ ਕਰਕੇ, ਤੇ ਕਿਸੇ ਦੇ ਹਿਰਦੇ 'ਚ ਵਾਹਿਗੁਰੂ ਦਾ ਪ੍ਰੇਮ ਹੈ ਨਹੀਂ, ਇਸ ਕਰਕੇ ਉਹਦੇ ਲਈ ਦੂਰ ਹੈ। ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ। ਜਿਨ੍ਹਾਂ ਨੇ ਪਿਰ ਪ੍ਰਮਾਤਮਾ ਨੂੰ ਸੰਗੇ ਸਾਥ ਹੀ ਜਾਣਿਆ, ਆਪਣੇ ਵੱਸ ਦਾ ਹੋਇਆ, ਉਹ ਆਪਣੇ ਪਿਰ ਪ੍ਰਮਾਤਮਾ ਨੂੰ ਸਦਾ ਹਜ਼ੂਰੀ 'ਚ ਵਸਦਾ ਹੋਇਆ ਜਾਣ ਕੇ ਰਾਵੇ ਮਾਣਦੀਆਂ ਹਨ। ਰਾਵੇ ਦਾ ਮਤਲਬ ਉਸ ਦੀ ਅਭੇਦਤਾ ਦੇ ਆਨੰਦ ਨੂੰ ਭੋਗਦੀਆਂ ਹਨ ਉਹ ਜੀਵ ਰੂਪ ਸਖੀਆਂ। ਮੁੰਦੇ ਤੂੰ ਚੱਲ ਗੁਰ ਕੈ ਭਾਏ। ਹੁਣ ਮਹਾਰਾਜ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਪ੍ਰਾਪਤੀ ਹੋ ਸਕਦੀ ਹੈ। ਹੇ ਅਲੜੇ, ਹੇ ਅਗਿਆਤ ਜੋਬਨ ਇਸਤਰੀ, ਜੀਵ ਰੂਪ ਇਸਤਰੀ, ਤੈਨੂੰ ਚਾਹੀਦਾ ਕਿ ਤੂੰ ਗੁਰਾਂ ਦੇ ਭਾਏ ਪ੍ਰੇਮ ਵਿੱਚ ਹੋ ਕੇ ਚੱਲ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲ। ਅਨ ਦਿਨ ਰਾਵਹਿ ਪਿਰ ਆਪਣਾ ਸਹਿਜੇ ਸੱਚ ਸਮਾਏ। ਫਿਰ ਤੂੰ ਵੀ ਰਾਤ ਤੇ ਦਿਨ ਆਪਣਾ ਜੋ ਪਿਰ ਪਤੀ ਹੈ ਨਾ ਪ੍ਰਮਾਤਮਾ, ਉਸ ਦੇ ਗਿਆਨ ਆਨੰਦ ਨੂੰ ਤੂੰ ਵੀ ਰਾਵਹਿ ਮਾਣੇਗੀ। ਸਹਿਜੇ ਸੁਤੇ ਸਿੱਧ ਹੀ, ਸਹਿਜੇ ਆਤਮਕ ਅਡੋਲਤਾ ਵਿੱਚ ਪਹੁੰਚ ਕੇ ਸੱਚ ਸਰੂਪ ਪ੍ਰਮਾਤਮਾ ਵਿੱਚ ਤੇਰੀ ਸਮਾਈ ਹੋ ਜਾਏਗੀ। ਰਹਾਓ ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸ਼ਿੰਗਾਰ। ਜਿਹੜੀਆਂ ਸੁਹਾਗਵੰਤੀਆਂ ਹਨ, ਨੰਭਾਵ ਮਹਾਤਮਾ ਹਨ, ਉਹ ਸੱਚੇ ਸਤਿਗੁਰਾਂ ਦੇ ਸ਼ਬਦ ਦੁਆਰਾ ਰੰਗੀਆਂ ਹੋਈਆਂ ਹਨ ਤੇ ਸੱਚੇ ਸ਼ਬਦ ਦੁਆਰਾ ਹੀ ਉਹਨਾਂ ਨੇ ਆਪਣੇ ਸਰੀਰ ਤੇ ਸ਼ਿੰਗਾਰ ਧਾਰਨ ਕੀਤੇ ਹੋਏ ਨੇ। ਹਜੂਰ ਨੇ ਸ਼ਿੰਗਾਰ ਧਾਰਨ ਕਰਨ ਦਾ ਉਪਦੇਸ਼ ਦਿੱਤਾ ਵੀ ਭਰਤਾ ਕਹੈ ਸੋ ਮਾਨੀਐ। ਜੋ ਭਰਤਾ ਪਤੀ ਭਾਵ ਅਕਾਲ ਪੁਰਖ ਜੋ ਹੁਕਮ ਉਸ ਦਾ ਵਰਤਦਾ ਹੈ ਨਾ, ਉਹਨੂੰ ਮੰਨ ਲਈਏ। ਇਹ ਸ਼ਿੰਗਾਰ ਬਣਾਏ ਰੀ, ਇਹੋ ਸ਼ਿੰਗਾਰ ਬਣਾ। ਦੂਜਾ ਭਾਵ ਵਿਸਾਰੀ ਹੈ, ਇਹ ਤੰਬੋਲਾ ਖਾਏ ਰੀ। ਜਿਹੜਾ ਹੋਰ ਪ੍ਰੇਮ ਹੈ ਨਾ ਖੋਟਾ, ਇਹ ਤਿਆਗ ਦੀਏ, ਇਹ ਪਾਨਾਂ ਦੇ ਬੀੜੇ ਚੱਬਣੇ ਹਨ। ਗੁਰ ਕਾ ਸ਼ਬਦ ਕਰ ਦੀਪ ਕੋ, ਇਹ ਸਤ ਕੀ ਸੇਜ ਵਿਛਾਇਰੀ। ਗੁਰਾਂ ਦੇ ਸ਼ਬਦ ਦਾ ਦੀਵਾ ਅੰਦਰ ਜਗਾ ਤੇ ਇਹੀ ਸੱਚ ਦੀ ਜਿਹੜੀ ਸੇਜ ਆ ਵਿਛਾ ਵਾਹਿਗੁਰੂ ਦੇ ਬਰਾਜਣ ਲਈ। ਸੋ ਇਸ ਪ੍ਰਕਾਰ 8 ਪਹਿਰ ਕਰ ਜੋੜ ਰੋ ਤਉ ਭੇਟਾ ਹਰ ਰਾਇਰੀ। 8 ਪਹਿਰ ਆਪਣੇ ਅੰਦਰ ਹੀ ਅੰਦਰ ਮਨ ਦੇ ਹੱਥ ਜੋੜ ਕੇ ਸ਼ਰਨ 'ਚ ਪਈ ਰਹੋ ਤੇ ਇਸ ਪ੍ਰਕਾਰ ਵਾਹਿਗੁਰੂ ਦੇ ਨਾਲ ਤੇਰਾ ਮਿਲਾਪ ਹੋਵੇਗਾ, ਤਾਂ ਤੂੰ ਭੇਟ ਲਵੇਂਗੀ, ਪ੍ਰਾਪਤ ਕਰ ਲਵੇਂਗੀ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਹਰ ਵਾਰ ਪਾਇਨ ਘਰ ਆਪਣੇ ਗੁਰ ਕੈ ਹੇਤ ਪਿਆਰ। ਜਿਹੜੀਆਂ ਗੁਰੂ ਦੇ ਸ਼ਬਦ ਵਿੱਚ ਰੰਗੀਆਂ ਹੋਈਆਂ ਸੱਚੇ ਸ਼ਬਦ ਦਾ ਹੀ ਸ਼ਿੰਗਾਰ ਜਿਨ੍ਹਾਂ ਨੇ ਕੀਤਾ ਹੈ, ਉਹ ਆਪਣੇ ਹਿਰਦੇ ਘਰ ਦੇ ਅੰਦਰ ਬੈਠੀਆਂ ਹੋਈਆਂ ਹੀ ਟਿਕੀਆਂ ਹੋਈਆਂ। ਜਿਹੜਾ ਵਰ ਲਾੜਾ ਹਰੀ ਪ੍ਰਮਾਤਮਾ ਉਸ ਨੂੰ ਪਾਇਨ ਪ੍ਰਾਪਤ ਕਰ ਲੈਂਦੀਆਂ ਹਨ। ਗੁਰ ਕੈ ਹੇਤ ਪਿਆਰ, ਗੁਰਾਂ ਦੇ ਨਾਲ ਉਹਨਾਂ ਦਾ ਪਿਆਰ ਹੈ। ਪਹਿਲਾਂ ਗੁਰੂ ਦੇ ਹਿੱਤ ਪ੍ਰੇਮ ਦੇ ਵਿੱਚ ਰਹਿ ਕੇ ਗੁਰੂ ਮਹਾਰਾਜ ਦੇ ਪ੍ਰਤੀ ਜਿਹੜਾ ਪਿਆਰ ਪੈਦਾ ਹੋਇਆ, ਉਹਦੇ ਦੁਆਰਾ ਹੀ ਹਰੀ ਪ੍ਰਮਾਤਮਾ ਵਰ ਲਾੜਾ ਜਿਹੜਾ ਨਾ ਉਸ ਪ੍ਰਮਾਤਮਾ ਦਾ ਨਿਰਾਕਾਰ ਦਾ ਗਿਆਨ ਹਾਸਲ ਕਰ ਲੈਂਦੀਆਂ ਹਨ। ਸੇਜ ਸੁਹਾਵੀ ਹਰ ਰੰਗ ਰਵੈ। ਜਿਹੜੀ ਜੀਵ ਰੂਪ ਇਸਤਰੀ ਹਰੀ ਪ੍ਰਮਾਤਮਾ ਦੇ ਰੰਗ ਪ੍ਰੇਮ ਵਿੱਚ ਰਵੈ ਵਸਦੀ ਹੈ, ਉਹਦੀ ਸੇਜਾ ਹਿਰਦਾ ਜਿਹੜੀ ਸੇਜ ਹੈ ਇਹ ਸੁਹਾਵੀ ਸ਼ੋਭਨੀਕ ਬਣ ਜਾਂਦੀ ਹੈ। ਭਗਤ ਭਰੇ ਭੰਡਾਰ, ਉਹਨਾਂ ਨੇ ਆਪਣੇ ਹਿਰਦੇ ਨੂੰ ਭਗਤੀ ਦਾ ਭੰਡਾਰਾ ਬਣਾ ਲਿਆ। ਭਗਤੀ ਦੁਆਰਾ ਖਜ਼ਾਨੇ ਭਰ ਲਏ ਹਨ ਉਹਨਾਂ ਨੇ ਜਪ ਜਪ ਕੇ। ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸੈ ਦੇ ਆਧਾਰ। ਜਿਹੜਾ ਸਾਰਿਆਂ ਨੂੰ ਆਪਣਾ ਆਧਾਰ ਆਸਰਾ ਦੇਣ ਵਾਲਾ। ਹੁਣ ਵੀ ਸਾਡੇ ਸਰੀਰਾਂ 'ਚ ਸਵਾਸ ਜਿਹੜੇ ਹਨ ਆਸਰਾ ਪ੍ਰਮਾਤਮਾ ਨੇ ਦਿੱਤਾ ਹੋਇਆ ਤੇ ਇਸ ਪ੍ਰਕਾਰ ਮਨ ਨੂੰ ਆਸਰਾ ਗੁਰੂ ਦੇ ਸ਼ਬਦ ਦਾ ਦੇਣ ਵਾਲਾ, ਅਨੇਕਾਂ ਤਰ੍ਹਾਂ ਦੇ ਆਧਾਰ ਆਸਰੇ ਦੇਣ ਵਾਲਾ ਜੋ ਵਾਹਿਗੁਰੂ ਹੈ, ਉਹ ਪ੍ਰਭੂ ਮਾਲਕ ਪ੍ਰੀਤਮ, ਪ੍ਰੀਤ ਕਰਨੇ ਯੋਗ, ਅਤ ਪ੍ਰੀਤ ਵਾਲਾ, ਉਹ ਮਨ ਵਿੱਚ ਵਸ ਜਾਂਦਾ ਹੈ। ਫਿਰ ਸਾਲਾਹ ਨੇ ਆਪਣਾ ਤਿਨ ਕੈ ਹਉ ਸਦ ਬਲਿਹਾਰਿਆ ਜਾਓ। ਹਜ਼ੂਰ ਕਹਿੰਦੇ ਨੇ ਜਿਹੜੀਆਂ ਜੀਵ ਰੂਪ ਇਸਤਰੀਆਂ ਮਹਾਤਮਾ ਰੂਪ ਸਖੀਆਂ ਆਪਣੇ ਪਿਰ ਪ੍ਰਮਾਤਮਾ ਅਕਾਲ ਪੁਰਖ ਦੀ ਹੀ ਸਲਾਹਤਾ ਕਰਦੀਆਂ, ਉਹਦੀ ਹੀ ਵਡਿਆਈ ਜਸ ਗਾਉਂਦੀਆਂ ਹਨ। ਮੇਰੀ ਇੱਛਾ ਹੈ ਕਿ ਮੈਂ ਉਹਨਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਵਾਂ, ਸੈਂਕੜੇ ਵਾਰੀ ਹਮੇਸ਼ਾ ਹਮੇਸ਼ਾ ਸਦਕੇ ਜਾਵਾਂ। ਮਨ ਤਨ ਅਰਪੀ ਸਿਰ ਦੇਈ ਤਿਨ ਕੈ ਲਾਗਾ ਪਾਏ। ਮੇਰੀ ਇੱਛਾ ਵੀ ਆਪਣਾ ਮਨ ਤੇ ਤਨ ਦੋਵਾਂ ਨੂੰ ਉਹਨਾਂ ਦੇ ਅੱਗੇ ਅਰਪਣ ਕਰਦਿਆਂ, ਆਪਣਾ ਸੀਸ ਵੀ ਉਹਨਾਂ ਦੇ ਅੱਗੇ ਰੱਖਦਿਆਂ ਤੇ ਹਮੇਸ਼ਾ ਉਹਨਾਂ ਦੇ ਚਰਨੀ ਲੱਗਾ ਰਵਾਂ। ਇਸ ਪ੍ਰਕਾਰ ਦੀ ਭਾਵਨਾ ਅੰਦਰ ਹੈ ਬਣੀ। ਭਾਵ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਭਾਵਨਾ ਬਣਾਓ ਕਿ ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਦਿਨ ਰਾਤ, ਆਪਣਾ ਮਨ ਤਨ ਸਭ ਜੀਓ ਪਿੰਡ, ਆਪਣਾ ਸਰੀਰ ਵੀ ਪਿੰਡ, ਜਿੰਦ ਵੀ, ਮਨ ਵੀ, ਤਨ ਵੀ,
ਉਹਨਾਂ ਦੇ ਅੱਗੇ ਅਰਪਣ ਕਰ ਦਈਏ ਤੇ ਸਿਰ ਵੀ ਭੇਟਾ ਕਰ ਦਈਏ, ਹੰਕਾਰ ਦਾ ਸਿਰ ਵੱਢ ਕੇ ਰੱਖ ਦਈਏ, ਉਹਨਾਂ ਗੁਰਮੁਖਾਂ ਦੇ ਚਰਨੀ ਲੱਗੇ ਰਹੀਏ। ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ। ਜਿਨ੍ਹਾਂ ਨੇ ਇੱਕੋ ਇੱਕ ਵਾਹਿਗੁਰੂ ਪਰਮਾਤਮਾ ਨੂੰ ਪਛਾਣਿਆ ਹੈ, ਸਾਰੀ ਕੁਦਰਤ ਵਿੱਚ ਵਸਦਾ ਹੋਇਆ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਹੁਣ ਆਪਣੀ ਸੱਤਿਆ ਪਾਉਣ ਵਾਲਾ, ਸਾਰਾ ਕਾਰੋ ਮਦਾਰ ਜਿਸ ਦੇ ਆਸਰੇ ਚੱਲ ਰਿਹਾ, ਉਸ ਇੱਕ ਨੂੰ ਜਿਨ੍ਹਾਂ ਪਛਾਣ ਲਿਆ ਹੈ, ਦੂਜਾ ਭਾਉ ਚੁਕਾਏ ਦਾ ਮਤਲਬ ਕਿ ਦਵੈਤ ਭਾਅ ਜਿਹੜਾ ਸੀ, ਖੋਟਾ ਪ੍ਰੇਮ ਸੀ ਸਰੀਰਾਂ ਦਾ, ਪਦਾਰਥਾਂ ਦਾ, ਉਹ ਚੁਕਾ ਕੇ ਦੂਰ ਕਰਕੇ ਤੇ ਉਹਨਾਂ ਨੇ ਇੱਕ ਨੂੰ ਪਛਾਣ ਲਿਆ। ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਇਉਂ ਗੁਰਾਂ ਦੇ ਸਨਮੁਖ ਹੋ ਕੇ ਨਾਮ ਨੂੰ ਪਛਾਣਿਆ ਜਾਂਦਾ ਤੇ ਸੱਚ ਵਿੱਚ ਹੀ ਸਮਾ ਜਾਂਦਾ ਉਹ ਗੁਰਮੁਖ ਪਿਆਰਾ, ਜਿਹੜਾ ਗੁਰੂ ਦੇ ਮੁਖ ਤੋਂ ਉਪਦੇਸ਼ ਸੁਣ ਕੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਪਛਾਣ ਲੈਂਦਾ, ਉਹ ਹਮੇਸ਼ਾ ਸੱਚ ਵਿੱਚ ਹੀ ਸਮਾਇਆ ਰਹਿੰਦਾ ਹੈ। ਇੱਥੋਂ ਤੱਕ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਹੋਈ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।